ਭਗਵਾਨ ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਚਿੱਟਾ ਦਿਨ ਜਦੋਂ ਚੜ੍ਹ ਜਾਂਦਾ ਹੈ, ਸੂਰਜ ਸਿਖਰਾਂ ਤੇ ਹੁੰਦਾ ਹੈ, ਉਦੋਂ ਉੱਠ ਕੇ ਅਤੇ ਕਹਿੰਦੇ ਇਹ ਸਾਡਾ ਅੰਮ੍ਰਿਤ ਵੇਲਾ ਹੈ। ਤੇ ਇਸ ਕਰਕੇ ਸਾਡੇ ਤੇ ਬੜੀ ਕਿਰਪਾ ਹੈ ਮਹਾਰਾਜ ਜੀ ਦੀ, ਜੋ ਸਾਨੂੰ ਸਾਰਿਆਂ ਨੇ ਗਰੀਬ ਨਵਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਤਾਂ ਅੰਮ੍ਰਿਤ ਵੇਲੇ ਹਜ਼ੂਰ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਅੰਦਰ ਪਾਕ ਪਵਿੱਤਰ ਤੁਰ ਕੀ ਬਾਣੀ, ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਉਪਰੰਤ ਸਮਾਂ ਹੋਇਆ ਹੈ। ਜੋ ਆਪ ਦੀ ਭਲੀ ਭਾਂਤ ਜਾਣੂ ਹੋ ਉਸਤਾਦ ਸੁੱਚਾ ਸਿੰਘ ਜੀ ਭਗਤ, ਜਿਹੜੇ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਇਸ ਸੰਸਾਰ ਤੋਂ। ਤਿੰਨਾਂ ਦੇ ਨਿਮਿਤ ਪਾਵਨ ਜੈਤਸਰੀ ਦੀ ਵਾਰ ਦੇ ਸ਼ਲੋਕਾਂ ਦੀ ਕਥਾ ਵਿਚਾਰ ਆਰੰਭ ਹੋਈ ਤੇ ਇਸ ਦੇ 8 ਕੁ ਸ਼ਲੋਕਾਂ ਦੀ ਕਥਾ ਵਿਚਾਰ ਆਪ ਜੀ ਨੇ ਪਹਿਲਿਆਂ ਦੀਵਾਨਾਂ ਦੇ ਵਿੱਚ ਸਰਵਣ ਕੀਤੀ ਹੈ। ਅੱਗੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਾਰੇ ਹੀ ਸੁਣ ਕੇ ਲਾਹਾ ਪ੍ਰਾਪਤ ਕਰਾਂਗੇ। ਸਰਵਣ ਕਰਨ ਤੋਂ ਪਹਿਲਾਂ ਜੋ ਹਜ਼ੂਰ ਦੀ ਪਾਵਨ ਗੁਰਬਾਣੀ ਦਾ ਫਰਮਾਨ ਵੀ ਹੈ, ਹਰ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋ ਕੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਮਹਾਰਾਜ ਜੀ ਦਾ ਭੈ ਧਾਰਦੇ ਹੋਏ ਗੱਜ ਕਰਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਸ੍ਰੀ ਕੰਠ ਤੋਂ ਉਚਾਰਦੇ ਹਨ। ਸ਼ਲੋਕ ਮੁਕਤੀ ਦੇ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਹੈ, ਬਸੰਤ ਸਵਰਗ ਲੋਕਾ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ।
ਹਜੂਰ ਆਖਦੇ ਕਿ ਜੀਵ ਜਿਸ ਦੇ ਪਾਸ ਬੜਾ ਜ਼ਿਆਦਾ ਬਲ ਹੋਵੇ, ਇੰਨਾ ਬਲ ਧਾਰ ਲਵੇ, ਮਹਾਰਾਜ ਜੀ ਆਖਦੇ ਕਿ ਬਸਨਾ ਕਰੇ ਬਸੰਤ, ਬਸਨਾ ਕਰੇ ਸਵਰਗ ਲੋਕ ਹੈ। ਸਵਰਗ ਲੋਕ ਦੇ ਵਿੱਚ ਜਾਂ ਜਿਤਨੇ ਵੀ 9 ਖੰਡ ਆ ਜਿਹੜੇ ਪ੍ਰਿਥਵੀ ਦੇ, ਧਰਤੀ ਦੇ, ਇਹਨਾਂ ਨੂੰ ਜਿੱਤ ਕਰਕੇ ਤੇ ਆਪਣੀ ਦੋਹੀ ਫੇਰ ਦੇਵੇ। ਹਰੇਕ ਪਾਸੇ ਹੀ ਉਹਦੀ ਹੀ ਦੋਹੀ ਫਿਰੇ। ਤੇ ਫਿਰ ਜਦੋਂ ਸਭ ਕੁਝ ਜਿੱਤ ਲਵੇ ਤੇ ਸਵਰਗਾਂ ਦੇ ਸੁੱਖ ਉਸ ਨੂੰ ਪ੍ਰਾਪਤ ਹੋ ਜਾਣ, ਸਵਰਗਾਂ ਦੇ ਵਿੱਚ ਵਸਣਾ ਕਰੇ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਪਰ ਕੀ ਹੁੰਦਾ ਹੈ ਜਦੋਂ ਕਿਸੇ ਦੇ ਪਾਸ ਕੋਈ ਸਰੀਰਿਕ ਬਲ ਹੋਵੇ ਜਾਂ ਆਤਮਿਕ ਬਲ ਹੀ ਹੋਵੇ। ਸਰੀਰਕ ਬਲ ਵਾਲਿਆਂ ਦੀ ਗੱਲ ਕਰਦੇ ਆ ਕਿ ਜਿਨ੍ਹਾਂ ਦੇ ਪਾਸ ਸਰੀਰਿਕ ਬਲ ਆ ਜਾਵੇ, ਜਿਹੜੇ ਸਾਰੇ ਸੰਸਾਰ ਦੇ ਉੱਪਰ ਜਿਹੜੇ 9 ਖੰਡ ਆ, ਧਰਤੀ ਦੇ 9 ਖੰਡਾਂ ਨੂੰ ਜਿੱਤ ਲੈਣ, ਸਵਰਗ ਤੱਕ ਜਿਨ੍ਹਾਂ ਦੀ ਪਹੁੰਚ ਹੋ ਜਾਵੇ ਜਾਂ 9 ਖੰਡਾਂ ਨੂੰ ਜਿੱਤ ਲੈਣ। ਇਹ ਤੇ ਸਰੀਰਕ ਬਲ ਕਰਕੇ 9 ਖੰਡ ਜਿੱਤੇ ਜਾ ਸਕਦੇ। ਫਿਰ ਉਹਨਾਂ ਨੂੰ ਹੰਕਾਰ ਆ ਜਾਂਦਾ ਹੈ। ਹੰਕਾਰ ਦੇ ਕਰਕੇ ਕੀ ਹੁੰਦਾ ਹੈ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਉਹਨਾਂ ਨੂੰ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਬਿਸਰੰਤ ਹਰ ਗੋਪਾਲ ਹੈ। ਹੰਕਾਰ ਕਰਕੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਕਿ ਪਰਮੇਸ਼ਰ ਵੀ ਕੋਈ ਹਸਤੀ ਹੈ। ਅਕਾਲ ਪੁਰਖ ਉਹਨਾਂ ਨੂੰ ਵਿਸਰ ਜਾਂਦਾ ਹੈ। ਫਿਰ ਆਤਮਿਕ ਬਲ ਵਾਲਿਆਂ ਦੀ ਗੱਲ ਕਰ ਲਈਏ। ਆਤਮਿਕ ਬਲ ਵਾਲੇ ਜਿਹੜੇ ਹੁੰਦੇ ਹਨ, ਇਹ ਸਵਰਗਾਂ 3 ਲੋਕਾਂ ਤੱਕ ਦੀ ਪਹੁੰਚ ਰੱਖਦੇ ਆ। ਪਰ ਮਨੁੱਖ ਖਾਲਸਾ ਜੀ ਜਿਹੜਾ ਹੈ ਵਿਕਾਰਾਂ ਤੋਂ ਮੁਕਤ ਉਦੋਂ ਹੁੰਦਾ ਹੈ ਜਦੋਂ ਤੁਰਿਆ ਪਦ ਨੂੰ ਪ੍ਰਾਪਤ ਕਰ ਲਵੇ। ਬਾਕੀ ਉਸ ਤੋਂ ਪਹਿਲਾਂ ਜਿਹੜੀਆਂ ਅਵਸਥਾਵਾਂ ਹੁੰਦੀਆਂ ਹਨ, ਉਦੋਂ ਵੀ ਬੰਦੇ ਕੋਲ ਇਤਨੀ ਸ਼ਕਤੀ ਹੁੰਦੀ ਹੈ, ਇਤਨਾ ਬਲ ਹੁੰਦਾ ਹੈ ਆਤਮਿਕ, ਕਿ 3 ਲੋਕਾਂ ਤੱਕ ਦੀ ਪਹੁੰਚ ਰੱਖ ਸਕਦਾ ਹੈ। ਤੇ ਹਜੂਰ ਆਖਦੇ ਕਿ ਫਿਰ ਬਸੰਤ ਸਵਰਗ ਲੋਕ ਹੈ। ਆਤਮਿਕ ਬਲ ਕਰਕੇ ਤੇ ਉਹ ਭਾਵੇਂ ਸਵਰਗ ਲੋਕ ਦੇ ਵਿੱਚ ਵਾਸ ਕਰ ਲਵੇ, ਸਵਰਗ ਲੋਕ ਤੱਕ ਦੀ ਪਹੁੰਚ ਰੱਖ ਲਵੇ, ਪਰ ਜਦੋਂ ਹੀ ਹੰਕਾਰ ਆ ਗਿਆ, ਬਿਸਰੰਤ ਹਰ ਗੋਪਾਲ ਹੈ। ਜੋ ਅਕਾਲ ਪੁਰਖ ਵਾਹਿਗੁਰੂ ਹੈ, ਗੋਪਾਲ ਹੈ। ਧਰਤੀ ਦਾ ਜਿਹੜਾ ਪਾਲਕ ਵਾਹਿਗੁਰੂ ਹੈ, ਉਹ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਹਜੂਰ ਫਿਰ ਉਹਨਾਂ ਦੇ ਅੱਗੇ ਫਲ ਵੀ ਦੱਸਦੇ ਆ। ਹੰਕਾਰ ਕਰਕੇ ਜਦੋਂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਨਾ, ਅਕਾਲ ਪੁਰਖ ਵਾਹਿਗੁਰੂ ਨੂੰ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਫਿਰ ਉਹ ਕੀ ਕਰਦੇ ਆ, ਜਿਹੜੀ ਸੰਸਾਰ ਰੂਪੀ ਉਜਾੜ ਹੈ, ਇਸ ਦੇ ਵਿੱਚ ਹੀ ਭਰਮਦੇ ਫਿਰਦੇ ਆ। ਜਿਹੜੇ ਸਰੀਰਿਕ ਬਲ ਕਰਕੇ ਹੰਕਾਰ ਕਰਦੇ, ਪਰਮੇਸ਼ਰ ਨੂੰ ਭੁੱਲ ਜਾਂਦੇ। ਤੇ ਜਾਂ ਜਿਹੜੇ ਆਤਮਿਕ ਬਲ ਕਰਕੇ ਤੇ ਸਰੀਰਕ ਬਲ ਕਰਕੇ ਵੀ ਜਿਹੜੇ ਹੰਕਾਰ ਕਰਦੇ ਆ, ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ, ਉਹ ਫਿਰ ਜਿਹੜੀਆਂ ਜੂਨੀਆਂ ਰੂਪ ਉਦਿਆਨ ਉਜਾੜ ਹੈ, ਇਸ ਦੇ ਵਿੱਚ ਹੀ ਭਰਮਣ ਕਰਦਾ ਰਹਿੰਦਾ ਹੈ। ਫਿਰੰਤ ਜੋਨ ਅਨੇਕ ਜਠਰਾਗਨ, ਨਹਿ ਸਿਮਰਤ ਮਲੀਨ ਬੁੱਧਿਅੰ। ਮਲੀਨ ਬੁੱਧੀ ਕਰਕੇ, ਵਿਕਾਰਾਂ ਕਰਕੇ ਬੁੱਧੀ ਮਲੀਨ ਹੋ ਜਾਂਦੀ ਹੈ। ਹੰਕਾਰ ਕਰਕੇ, ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ, ਜਦੋਂ ਐਸੇ ਵਿਕਾਰਾਂ ਕਰਕੇ ਬੁੱਧੀ ਮਲੀਨ ਹੋ ਜਾਂਦੀ ਹੈ, ਨਹਿ ਸਿਮਰੰਤ, ਨਹੀਂ ਸਿਮਰਦਾ ਪਰਮੇਸ਼ਰ ਦਾ ਨਾਮ, ਕਿਉਂਕਿ ਭੁੱਲ ਗਿਆ ਹੈ ਨਾ ਮਲੀਨ ਬੁੱਧੀ ਕਰਕੇ। ਤੋ ਇਸ ਕਰਕੇ ਫਿਰੰਦ ਜੋਨ ਅਨੇਕ ਜਠਰਾਗਨ, ਅਨੇਕਾਂ ਵਾਰੀ ਪੁਨ੍ਹਾ ਪੁਨ੍ਹਾ ਉਸ ਨੂੰ ਜਿਹੜੀ ਜਠਰ ਦੀ ਅਗਨੀ ਹੈ, ਇਸ ਦਾ ਸੇਕ ਤਾਪ ਚੱਲਣਾ ਪੈਂਦਾ ਹੈ। ਤਾਂ ਹਜੂਰ ਆਖਦੇ ਹਨ, ਬਿਸਰੰਦ ਹਰ ਗੋਪਾਲ ਹੈ।
ਹਰਿ ਅਕਾਲ ਪੁਰਖ ਵਾਹਿਗੁਰੂ ਧਰਤੀ ਦੇ ਪਾਲਕ ਨੂੰ ਵਿਸਰ ਕਰਕੇ ਭੁੱਲ ਕਰਕੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਪ੍ਰਾਣੀ ਉਹ ਜੀਵ ਉਦਿਆਨ ਭਰਮਣ ਹੈ। ਉਜਾੜਾਂ ਦੇ ਵਿੱਚ ਹੀ ਫਿਰਦੇ ਰਹਿੰਦੇ ਹਨ, ਜਿਹੜੇ ਮਾਤਾ ਦੇ ਗਰਭ ਦੀ ਜੋਨੀ ਦੇ ਵਿੱਚ ਪੈ ਪੈ ਕੇ ਬਾਰ-ਬਾਰ ਮਾਤਾ ਦੇ ਗਰਭ ਦਾ ਜਿਹੜਾ ਜਠਰ ਅਗਨੀ ਹੈ ਉਸ ਦਾ ਸੇਕ ਚੱਲ ਚੱਲ ਕੇ ਉਹ ਫਿਰ ਜੋਨੀਆਂ ਦੇ ਵਿੱਚ ਹੀ ਪੈਂਦੇ ਹਨ। ਕਾਉ ਤਕ ਕੋੜ ਤਮਾਸਿਆ ਚੇਤਨਾ ਆਵਸ ਨਾਉ। ਮਹਾਰਾਜ ਪਰਮੇਸ਼ਰ ਦਾ ਨਾਮ ਵਿਸਰਦਾ ਕਿਸ ਤਰ੍ਹਾਂ ਹੈ? ਕੀ ਕਾਰਨ ਹੈ ਪਰਮੇਸ਼ਰ ਦੇ ਨਾਮ ਵਿਸਰਨ ਦਾ? ਅਕਾਲ ਪੁਰਖ ਵਾਹਿਗੁਰੂ ਨੂੰ ਵਿਸਰਨ ਦਾ ਕੀ ਕਾਰਨ ਹੈ? ਤਾਂ ਹਜ਼ੂਰ ਇੱਥੇ ਵਿਸਰਨ ਦਾ ਕਾਰਨ ਵੀ ਦੱਸਦੇ ਆ ਬੰਦੇ ਨੂੰ ਕਿ ਕਿਉਂ ਵਿਸਰਦਾ ਹੈ ਪਰਮੇਸ਼ਰ। ਕੌਤਕ ਕੌੜ ਤਮਾਸਿਆ, ਜਦੋਂ ਇਸ ਦਾ ਚਿੱਤ ਜਿਹੜਾ ਹੈ ਕੌਤਕਾਂ ਦੇ ਵਿੱਚ ਚੋਜ ਵੇਖਣ ਦੇ ਵਿੱਚ ਕੋੜ ਕਰੋੜਾਂ ਹੀ ਜਿਹੜੇ ਤਮਾਸ਼ੇ ਵੇਖਦਾ ਹੈ। ਤਮਾਸ਼ੇ ਕੀ ਹਨ ਖਾਲਸਾ ਜੀ? ਜਿਵੇਂ ਕਿਤੇ ਮਦਾਰੀ ਆ ਗਿਆ ਜਾਂ ਕਿਤੇ ਕੋਈ ਜਾਦੂਗਰ ਨੇ ਆਪਣਾ ਜਾਦੂ ਵਿਖਾਉਣਾ ਹੋਵੇ, ਉੱਥੇ ਉਹ ਆਪਣਾ ਤਮਾਸ਼ਾ ਵਿਖਾ ਰਿਹਾ ਹੋਵੇ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਕਹਿ ਲਈਏ ਕਿ ਜਿਹੜਾ ਮੀਡੀਆ ਦੇ ਉੱਪਰ ਫੇਸਬੁੱਕ ਚਲਾਉਣੀ, ਵਟਸਐਪ ਚਲਾਉਣੀ ਜਾਂ ਇਤਿਆਦਿਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਇਹ ਵੇਖਣੇ ਆ, ਸੋਸ਼ਲ ਮੀਡੀਆ ਦੇ ਉੱਪਰ ਤਮਾਸ਼ੇ, ਤੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਵੇਖਣੀਆਂ, ਇਹਨਾਂ ਦੇ ਵਿੱਚ ਆਪਣਾ ਚਿੱਤ ਜੋੜੀ ਰੱਖਣਾ। ਤੇ ਹਜ਼ੂਰ ਆਖਦੇ ਵੀ ਚਿੱਤ ਨਾ ਆਵਸੰਦਾਓ। ਇਸ ਕਰਕੇ ਜਦੋਂ ਆਪਣਾ ਜਿਹੜਾ ਚਿੱਤ ਤਮਾਸ਼ਿਆਂ ਦੇ ਵਿੱਚ ਚੋਜਾਂ ਦੇ ਵਿੱਚ ਲਾਉਂਦਾ ਹੈ ਨਾ, ਪਰਮੇਸ਼ਰ ਦੇ ਵਿੱਚ ਨਹੀਂ ਲਾਉਂਦਾ, ਤੇ ਫਿਰ ਉਸ ਦੇ ਚਿੱਤ ਦੇ ਵਿੱਚ ਪਰਮੇਸ਼ਰ ਦਾ ਨਾਮ ਆਉਂਦਾ ਹੀ ਨਹੀਂ ਹੈ। ਆਵਸ ਆ ਕਰਕੇ ਪਰਮੇਸ਼ਰ ਦਾ ਨਾਮ ਉਸ ਦੇ ਚਿੱਤ ਦੇ ਵਿੱਚ ਨਹੀਂ ਵਸਦਾ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਤੇ ਫਿਰ ਹਜ਼ੂਰ ਆਖਦੇ ਵੀ ਜਿਹੜੇ ਕੋੜੀ ਨਰਕ ਆ, 20 ਕੋੜੀ ਨਰਕਾਂ ਦੇ ਵਿੱਚ ਪੈਣ ਦਾ ਉਸ ਨੂੰ ਦੁੱਖ ਪ੍ਰਾਪਤ ਹੁੰਦਾ ਹੈ, ਜਿਹੜਾ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਭਾਵੇਂ ਉਹ ਮਨੁੱਖ ਬੜੇ ਬੜੇ ਉੱਚੇ ਮਹਿਲਾਂ ਦੇ ਵਿੱਚ ਵਸ ਜਾਵੇ, ਬੜੇ ਬੜੇ ਸੁੰਦਰ ਘਰ ਦੀਆਂ ਰਚਨਾ ਕਰਕੇ ਉਹਨਾਂ ਦੇ ਵਿੱਚ ਵਸਣ ਲੱਗ ਪਵੇ, ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰਕੇ ਸਾਰੀ ਸ੍ਰਿਸ਼ਟੀ ਤੇ ਉਹਦਾ ਵਾਸਾ ਹੋ ਜਾਵੇ, ਸਾਰੀ ਸ੍ਰਿਸ਼ਟੀ ਦਾ ਹੀ ਰਾਜ ਮਾਣਦਾ ਹੋਵੇ, ਪਰ ਹਜ਼ੂਰ ਆਖਦੇ ਵੀ ਉਹ ਜਿਹੜੀ ਐਸੀ ਥਾਂ ਆ ਨਾ, ਜਿੰਨਾ ਚਿਰ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਦਾ, ਨਾਨਕ ਕੋੜੀ ਨਰਕ ਬਰਾਬਰੇ। ਉਹ ਜਿਵੇਂ ਫਿਰ ਕੋਹੜੀ ਜਿਹੜਾ ਹੁੰਦਾ ਹੈ 18 ਕੁੰਭੇ ਨਰਕਾਂ ਦਾ ਜਿਹਨੂੰ ਦੁੱਖ ਪਹੁੰਚਦਾ ਹੈ, ਐਸੀ ਉਸ ਦੀ ਹਾਲਤ ਹੋ ਜਾਂਦੀ ਹੈ। ਨਾਨਕ ਕੋੜੀ ਨਰਕ ਬਰਾਬਰੇ। ਉਹ ਫਿਰ ਕੁੰਭੀ ਜਿਹੜੇ 18 ਨਰਕਿਆਂ ਇਹਨਾਂ ਦੇ ਬਰਾਬਰ ਉਜੜ ਸੋਈ ਥਾਓ। ਉਹ ਜਿਹੜਾ ਉਸ ਦਾ ਹਿਰਦੇ ਰੂਪ ਸਥਾਨ ਹੈ ਉਜਾੜ ਦੇ ਸਮਾਨ ਹੈ, ਉਜਾੜ ਹੀ ਬਣ ਜਾਂਦਾ ਹੈ ਉਸ ਦਾ ਥਾਂ। ਤਾਂ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਨਹੀਂ ਜਾਂਦਾ, ਉਹਨਾਂ ਘਰਾਂ ਦੇ ਵਿੱਚ ਉਜਾੜ ਹੀ ਪੈ ਜਾਂਦੀ ਹੈ। ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਪੌੜੀ ਦੇ ਵਿੱਚ ਹਜ਼ੂਰ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੇ ਵਿੱਚ ਇਹ ਉੱਪਰਲੇ ਸ਼ਲੋਕ ਦਾ ਵਿਸਥਾਰ ਕਰਦੇ। ਹਜ਼ੂਰ ਆਖਦੇ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਇਹ ਮਹਾ ਬੜਾ ਜ਼ਿਆਦਾ ਜਿਹੜਾ ਭਿਆਨ ਭੈਦਾਇਕ ਸੰਸਾਰ ਹੈ, ਉਦਿਆਨ ਜੇ ਉਦਿਆਨ ਨਾਲ ਜੰਗਲ ਦਾ ਵੀ ਹੈ, ਉਜਾੜ ਦਾ ਵੀ ਹੈ। ਜਿਹੜਾ ਉਜਾੜ ਰੂਪੀ ਸੰਸਾਰ ਹੈ ਨਾ, ਬੜਾ ਜ਼ਿਆਦਾ ਭਿਅੰਕਰ ਭੈਦਾਇਕ ਨਗਰ ਕਰ ਮਾਨਿਆ। ਇਹ ਜੀਵ ਤੇ ਆ ਇੱਥੇ ਮੁਸਾਫਿਰ ਬਣ ਕੇ ਸੀ, ਤੇ ਸੰਸਾਰ ਵੀ ਜਿਹੜਾ ਸਾਰਾ ਮੁਸਾਫਿਰਖਾਨਾ ਹੀ ਹੈ। ਜਿਵੇਂ ਆਪਾਂ ਕਿਤੇ ਗੁਰੂ ਘਰਾਂ ਦੇ ਵਿੱਚ ਚਲੇ ਜਾਈਏ, ਹਜ਼ੂਰ ਸਾਹਿਬ ਚਲੇ ਜਾਈਏ, ਪਟਨਾ ਸਾਹਿਬ ਚਲੇ ਜਾਈਏ, ਉੱਥੇ ਸਰਾਵਾਂ ਬਣੀਆਂ ਹੁੰਦੀਆਂ ਹਨ, ਤੇ ਸਰਾਵਾਂ ਦੇ ਵਿੱਚ ਸਾਨੂੰ ਕਿੰਨਾ ਕੁ ਸਮਾਂ ਮਿਲਦਾ ਹੈ? ਵੱਧ ਤੋਂ ਵੱਧ 2 ਦਿਨ 4 ਦਿਨ ਜਾਂ 5 ਦਿਨ 10 ਦਿਨ। ਬਸ ਉਹ ਕੋਈ ਸਮੇਂ ਦੀ ਜਿਹੜੀ ਹੈ ਉਹ ਹੱਦ ਹੁੰਦੀ ਹੈ ਉੱਥੇ ਰਹਿਣ ਦੀ। ਇਸੇ ਤਰ੍ਹਾਂ ਇਹ ਸੰਸਾਰ ਦੇ ਉੱਪਰ ਜਦੋਂ ਜੀਵ ਆਇਆ ਤੇ ਇਹਦੇ ਰਹਿਣ ਦੀ ਇਹਦੀ ਹੱਦ ਸੀਮਤ ਕੀਤੀ ਗਈ ਵੀ ਕਿੰਨਾ ਕੁ ਸਮਾਂ ਇਸ ਜੀਵ ਨੇ ਸੰਸਾਰ ਦੇ ਉੱਪਰ ਰਹਿਣਾ ਹੈ। ਪਰ ਜੇ ਕੋਈ ਖਾਲਸਾ ਜੀ ਉਹ ਸਰਾਂ ਦੇ ਵਿੱਚ ਰਹਿ ਕੇ ਕਹੇ ਕਿ ਮੈਂ ਸਰਾਂ ਦਾ ਮਾਲਕ ਹੀ ਹਾਂ, ਮੈਂ ਤੇ ਹੁਣ ਇੱਥੋਂ ਜਾਣਾ ਹੀ ਨਹੀਂ, ਤਾਂ ਫਿਰ ਗੱਲ ਗਲਤ ਹੈ ਨਾ। ਇਸੇ ਤਰ੍ਹਾਂ ਜੀਵ ਇੱਥੇ ਆਇਆ ਤੇ ਮੁਸਾਫਿਰ ਬਣ ਕੇ ਇਸੇ ਸਰਾਂ ਦੇ ਵਿੱਚ ਰਹਿਣ ਆਇਆ ਸੀ,
ਤੇ ਕੀ ਹੋਇਆ, ਉਹਨੇ ਇੱਥੇ ਆਪਣੇ ਨਗਰ ਕਰ ਮੰਨਿਆ, ਆਪਣੀ ਇੱਥੇ ਨਗਰੀ ਕਰਕੇ ਮੰਨ ਲਿਆ, ਇਸ ਨੂੰ ਆਪਣੀ ਹੀ ਨਗਰੀ ਮੰਨੀ ਬੈਠਾ ਹੈ। ਕਹਿੰਦਾ ਕਿ ਮੇਰਾ ਹੀ ਇਹ ਸਭ ਕੁਝ, ਇੱਥੇ ਹੋਰ ਕਿਸੇ ਦਾ ਤੇ ਕੁਝ ਹੈ ਹੀ ਨਹੀਂ, ਇਹ ਸਭ ਕੁਝ ਹੀ ਮੇਰਾ ਹੈ, ਬਸ ਮੇਰੀ ਮੇਰੀ ਕਰਦੇ ਨੇ, ਸਾਰੀ ਉਮਰਾਂ ਇਹ ਲੰਘਾ ਦਿੱਤੀ। ਤੋ ਮਹਾ ਭਿਆਨ ਉਦਿਆਨ, ਇਹ ਜਿਹੜਾ ਭਿਅੰਕਰ ਭੈਦਾਇਕ ਸੰਸਾਰ ਹੈ ਨਾ, ਉਜਾੜ ਰੂਪ, ਇਸ ਨੂੰ ਹੀ ਆਪਣੀ ਨਗਰੀ ਕਰਕੇ ਮਨ ਬੈਠਾ ਹੈ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਝੂਠੇ ਮਾਇਆਵੀ ਜਿਹੜੇ ਪਦਾਰਥਾਂ ਦੀ ਸਮਗਰੀ ਹੈ, ਇਸ ਨੂੰ ਵੇਖ ਕੇ ਸੱਚ ਕਰ ਜਾਣਿਆ, ਸੱਚ ਕਰਕੇ ਜਾਣਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨਾ ਕਿ ਅਨਿਤ ਵੇਤੰ ਅਨਿਤ ਚਿਤੰ ਅਨਿਤ ਆਸਾ ਬਹੁ ਵਿਦ ਪ੍ਰਕਾਰੰ ਅਨਿਤ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਵਿਕਾਰੰ। ਤੇ ਖਾਲਸਾ ਜੀ ਜਿੰਨੇ ਵੀ ਇਹ ਜਿਹੜਾ ਚਿੱਤ ਆ ਬੰਦੇ ਦਾ, ਚੇਤਨ ਮਾਇਆ ਹੈ, ਵਿੱਤ ਜਿਹੜੇ ਧਨ ਪਦਾਰਥ ਹਨ ਮਹਾਰਾਜ ਅਨਿਤ ਨਾਸਵੰਤ ਹਨ, ਇਹ ਸਾਰੇ ਹੀ। ਤੇ ਦੂਜਿਆਂ ਦੇ ਉੱਪਰ ਆਸਾ ਲਾਈ ਜਾਣੀਆਂ ਵੀ ਮੈਨੂੰ ਇਸ ਦੇ ਪਾਸੋਂ ਇਹ ਪਦਾਰਥ ਹੋਵੇਗਾ। ਜਦੋਂ ਪਦਾਰਥ ਹੀ ਨਾਸਵੰਤ ਹੈ ਤੇ ਜਿਨ੍ਹਾਂ ਤੋਂ ਪ੍ਰਾਪਤ ਹੋਣੇ ਹਨ ਉਹ ਵੀ ਤੇ ਨਾਸਵੰਤ ਹੀ ਹੈ। ਤੇ ਜਾਂ ਫਿਰ ਹੰਕਾਰ ਕਰ ਲੈਂਦਾ ਹੈ ਆਪਣੇ ਸਰੀਰ ਦਾ, ਇਹ ਵੀ ਹਜ਼ੂਰ ਆਖਦੇ ਵੀ ਅਨਿਤ ਹੈ, ਨਾਸਵੰਤ ਹੈ। ਤਾਂ ਇਸ ਕਰਕੇ ਜਿਹੜੇ ਮਾਇਆਵੀ ਪਦਾਰਥ ਹਨ, ਜੜ ਮਾਇਆ ਹੈ, ਚੇਤਨ ਮਾਇਆ ਹੈ, ਤੇ ਇਸ ਤੋਂ ਉਤਪੰਨ ਹੋਣ ਵਾਲੇ ਜਿਹੜੇ ਪਦਾਰਥਾਂ ਦੀ ਸਮਗਰੀ ਹੈ, ਇਹ ਵੀ ਸਾਰੀ ਨਾਸਵੰਤ ਹੈ। ਤੇ ਪਰ ਮੂਰਖ ਨੇ ਕੀ ਕੀਤਾ, ਸੱਚ ਕਰ ਜਾਣਿਆ, ਸੱਚ ਕਰਕੇ ਜਾਣਦਾ ਹੈ। ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ। ਇਹ ਜਿਹੜੇ ਪੰਜ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਦੋਂ ਜੀਵ ਦੇ ਖਾਲਸਾ ਜੀ ਹੈਵੀ ਹੁੰਦੇ ਆ ਨਾ ਬੰਦੇ ਦੇ ਉੱਪਰ, ਕਮਲਾ ਹੀ ਕਰ ਦਿੰਦੇ ਆ ਬੰਦੇ ਨੂੰ। ਛੋਟੀ ਜੀ ਉਦਾਹਰਨ ਆਪ ਜੀ ਦੇ ਅੱਗੇ ਰੱਖਦਾ ਕਿ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਹੈ ਨਾ, ਤਾਂ ਵਿਦਵਾਨ ਆਖਦੇ ਕਿ ਜਦੋਂ ਕ੍ਰੋਧ ਆਉਂਦਾ ਨਾ, ਫਿਰ ਬੰਦੇ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਅੰਧ ਕ੍ਰੋਧ ਰਿਗਵੰਤਨ ਕੋ ਸ਼ਰੁਤਵੰਤਨ ਕੋ ਬਦਰੋ ਕਰ ਡਾਰ। ਕ੍ਰੋਧ ਕਹਿੰਦਾ ਕਿ ਜਦੋਂ ਮੈਂ ਆ ਜਾਵਾਂ ਬੰਦੇ ਦੇ ਉੱਪਰ, ਹੈਵੀ ਹੋ ਜਾਵਾਂ, ਵੇਖਣ ਵਾਲਿਆਂ ਨੂੰ ਮੈਂ ਅੰਨ੍ਹਿਆ ਕਰ ਦਿੰਦਾ ਹਾਂ ਤੇ ਸੁਣਨ ਵਾਲਿਆਂ ਨੂੰ ਬੋਲੇ ਕਰ ਦਿੰਦਾ ਹਾਂ। ਬੰਦੇ ਨੂੰ ਕਮਲਾ ਹੀ ਕਰ ਦਿੰਦੇ ਆ ਜਦੋਂ ਵਿਕਾਰ ਬੰਦੇ ਦੇ ਉੱਪਰ ਹੈਵੀ ਹੋ ਜਾਣ। ਜਦੋਂ ਵੇਖੋ ਕਾਮ ਬੰਦੇ ਦੇ ਉੱਪਰ ਆ ਜਾਵੇ, ਫੇਰ ਨਹੀਂ ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ, ਉੱਥੇ ਗੁਰੂ ਦਾ ਉਪਦੇਸ਼ ਭੁੱਲ ਜਾਂਦਾ ਹੈ। ਮਹਾਰਾਜ ਜੀ ਦਾ ਤੇ ਪਾਵਨ ਫਰਮਾਨ ਹੀ ਨਾ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਵੀ ਇੱਕੋ ਨਾਰੀ ਵਾਲਾ ਹੈ ਜਿਸ ਦੇ ਨਾਲ ਸਾਡੇ ਸੰਜੋਗ ਲਿਖੇ ਹਨ, ਉਸ ਨੂੰ ਆਪਣੀ ਇਸਤਰੀ ਮੰਨਣਾ ਹੈ। ਤੇ ਬਾਕੀਆਂ ਜਿੰਨੀਆਂ ਵੀ ਸੰਸਾਰ ਦੇ ਉੱਪਰ ਕਿਸੇ ਦੀਆਂ ਜਿਹੜੀਆਂ ਬਹੂ ਬੇਟੀਆਂ, ਇਹਨਾਂ ਨੂੰ ਆਪਣੀਆਂ ਧੀਆਂ ਭੈਣਾਂ ਕਰਕੇ ਜਾਣਨਾ। ਪੰਜ ਪਿਆਰੇ ਸਾਹਿਬਾਨ ਵੀ ਜਦੋਂ ਰਹਿਤ ਦ੍ਰਿੜ ਕਰਵਾਉਂਦੇ ਹਨ ਤੇ ਇਸ ਸਮੇਂ ਆਖਦੇ ਹਨ ਕਿ ਜਿਹੜੇ ਆਪ ਤੋਂ ਵੱਡੀਆਂ ਹਨ ਉਹਨਾਂ ਨੂੰ ਮਾਵਾਂ ਜਾਣਨਾ, ਬਰਾਬਰ ਦੀਆਂ ਨੂੰ ਭੈਣਾਂ ਜਾਣਨਾ, ਤੇ ਆਪਣੇ ਤੋਂ ਛੋਟੀਆਂ ਨੂੰ ਧੀਆਂ ਜਾਣਨਾ। ਪਰ ਕੀ ਹੁੰਦਾ ਹੈ ਜਦੋਂ ਕਾਮ ਦਾ ਖਾਲਸਾ ਜੀ ਐਸਾ ਬਹਾਵ ਹੁੰਦਾ ਹੈ, ਕਾਮ ਦਾ ਜਦੋਂ ਵੇਗ ਚੱਲਦਾ ਹੈ ਨਾ ਭਾਰੀ, ਤੇ ਫਿਰ ਬੰਦਾ ਸਭ ਕੁਝ ਹੀ ਭੁੱਲ ਜਾਂਦਾ ਹੈ। ਫੇਰ ਨਹੀਂ ਉਸ ਨੂੰ ਚੇਤਾ ਰਹਿੰਦਾ, ਸਿਵੈ ਕਾਮ ਨਾ ਪੁੱਛੈ ਜਾਤ, ਵੀ ਇਸ ਦੀ ਜਾਤੀ ਕੀ ਹੈ, ਪ੍ਰਜਾਤੀ ਕੀ ਹੈ, ਕੁਝ ਵੀ ਚੇਤੇ ਨਹੀਂ ਆਉਂਦਾ। ਕਮਲਾ ਕਰਕੇ ਰੱਖ ਦਿੰਦਾ ਕਾਮ ਵੀ ਬੰਦੇ ਨੂੰ। ਤੇ ਜਦੋਂ ਮੋਹ ਵੀ ਕਿਸੇ ਦੇ ਉੱਪਰ ਆ ਜਾਵੇ, ਤੇ ਮੋਹ ਖਾਲਸਾ ਜੀ ਐਸਾ ਚਿੱਕੜ ਹੈ ਜਿਹਦੇ ਵਿੱਚੋਂ ਬੰਦੇ ਨੂੰ ਨਿਕਲਣਾ ਇੰਨਾ ਮੁਸ਼ਕਲ ਹੋ ਜਾਂਦਾ ਹੈ ਕਿ ਫਿਰ ਖਾਲਸਾ ਜੀ ਬੰਦੇ ਦੀ ਹਾਲਤ ਇੰਨੀ ਭੈੜੀ ਹੋ ਜਾਂਦੀ ਹੈ। ਇੱਕ ਛੋਟੀ ਜੀ ਉਦਾਹਰਨ, ਜਿਵੇਂ ਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਸਮੇਂ ਇੱਕ ਕੋਈ ਸਿੰਘ ਸੀ ਤੇ ਭਚੰਗੀ ਦੇ ਨਾਲ ਉਸ ਦਾ ਮੋਹ ਪੈ ਗਿਆ। ਮਹਾਂਪੁਰਖਾਂ ਨੂੰ ਜਦੋਂ ਪਤਾ ਲੱਗਾ, ਮਹਾਂਪੁਰਖਾਂ ਨੇ ਆਖਿਆ ਭਾਈ ਸਿੰਘਾ, ਜਾਂ ਤੇ ਭਚੰਗੀ ਨੂੰ ਛੱਡ ਦੇ ਤੇ ਜਾਂ ਡੇਰਾ ਹੀ ਛੱਡ ਦੇ। ਉਹ ਫਿਰ ਮਹਾਂਪੁਰਖਾਂ ਦੇ ਉਹਨੇ ਬਚਨਾਂ ਦੀ ਉਲੰਘਣਾ ਕੀਤੀ ਤੇ ਉਹ ਮੋਹ ਦੇ ਵਿੱਚ ਫਸਿਆ ਹੋਇਆ ਸਿੰਘ, ਉਹਨੇ ਡੇਰਾ ਛੱਡਤਾ ਪਰ ਭਚੰਗੀ ਨੂੰ ਨਹੀਂ ਛੱਡਿਆ। ਇੰਨਾ ਮੋਹ ਵੀ ਜ਼ਿਆਦਾ ਪ੍ਰਬਲ ਹੈ।
ਤਾਂ ਹਜੂਰ ਆਖਦੇ ਵੀ ਇਹ ਜਿਹੜੇ ਵਿਕਾਰਾਂ ਦੇ ਵਿੱਚ ਜਦੋਂ ਬੰਦਾ ਖੁੱਭ ਜਾਂਦਾ ਹੈ ਤਾਂ ਫਿਰ ਕਮਲਾ ਹੀ ਹੋ ਜਾਂਦਾ, ਫਿਰ ਇਹ ਦੀਵਾਨਿਆ ਕਮਲਾ ਜਿਹਾ ਹੀ ਹੋ ਕਰਕੇ ਫਿਰਦਾ ਹੈ। ਸਿਰ ਲੱਗਾ ਜਮ ਡੰਡ ਤਾ ਪਛਤਾਨਿਆ। ਫਿਰ ਜਦੋਂ ਸਾਰੀ ਉਮਰ ਹੀ ਕਮਲਿਆਂ ਦੇ ਵਾਂਗ ਲੰਘਾ ਦਿੱਤੀ, ਸਾਰੀ ਉਮਰ ਹੀ ਪਰਮੇਸ਼ਰ ਦੇ ਨਾਂ ਤੋਂ ਵਾਂਝੇ ਹੋ ਕੇ ਲੰਘਾ ਦਿੱਤੀ, ਫਿਰ ਕੀ ਹੁੰਦਾ ਹੈ ਖਾਲਸਾ ਜੀ? ਇਹ ਫਿਰ ਬੰਦੇ ਦੇ ਸਿਰ ਦੇ ਉੱਪਰ ਜਮਾਂ ਦਾ ਡੰਡਾ ਆ ਕੇ ਪੈਂਦਾ ਹੈ, ਜਮਾਂ ਦਾ ਡੰਡ ਸਹਿਣਾ ਪੈਂਦਾ ਹੈ, ਜਮਾਂ ਵੱਲੋਂ ਲੱਗਾ ਹੋਇਆ ਇਹਨੂੰ ਟੈਕਸ ਚੁਕਾਉਣਾ ਪੈਂਦਾ ਹੈ। ਸਿਰ ਲੱਗਾ ਜਮ ਡੰਡ। ਪਰ ਜਦੋਂ ਪਰਲੋਕ ਦਾ ਜਦੋਂ ਰਸਤਾ ਤੈਅ ਕਰਦਾ, ਰਸਤੇ ਦੇ ਵਿੱਚ ਇਹਨੂੰ ਬੜੀਆਂ ਜ਼ਿਆਦੀਆਂ ਔਂਕੜਾਂ ਆਉਂਦੀਆਂ ਹਨ, ਬੜਾ ਜ਼ਿਆਦਾ ਇਸ ਦੇ ਉੱਪਰ ਜਿਹੜਾ ਤਸ਼ੱਦਦ ਹੁੰਦਾ ਹੈ। ਆਮ ਜਦੋਂ ਮਨੁੱਖੀ ਸਰੀਰ ਤੇ ਕਿਤੇ ਤਸ਼ੱਦਦ ਹੋਵੇ ਤੇ ਬੰਦੇ ਦੇ ਰੋਂਗਟੇ ਖੜੇ ਹੋ ਜਾਣ, ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਤੇ ਜਦੋਂ ਜਮਾਂ ਦੀ ਭਾਰੀ ਮਾਰ ਪੈਂਦੀ ਹੈ ਨਾ, ਜਦੋਂ ਵਿਕਾਰਾਂ ਦੇ ਅਧੀਨ ਹੋ ਕਰਕੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ ਹੈ, ਪਰ ਤੇ ਰਾਵਣ ਜਾਏ ਸਹੀ ਤਾਂ ਲਾਜੀ ਹੈ। ਮਹਾਰਾਜ ਜੀ ਆਖਦੇ ਜਿਹੜਾ ਪਰਗਾਮੀ ਹੋ ਜਾਂਦਾ ਹੈ, ਪਰ ਇਸਤਰੀ ਦਾ ਗਾਮੀ ਹੁੰਦਾ ਹੈ। ਪਰ ਤੇਰੇ ਰਾਵਣ ਜਾਏ ਸਹੀ ਤਾਂ ਲਾਜੀ ਹੈ। ਉਹਨਾਂ ਨੂੰ ਫਿਰ ਉੱਪਰ ਨਰਕਾਂ ਦੇ ਵਿੱਚ ਪਾ ਕੇ ਤੇ ਵੱਡੇ ਵੱਡੇ ਖੋਲਦੇ ਹੋਏ ਤੇਲਾਂ ਦੇ ਕੜਾਹਿਆਂ ਦੇ ਵਿੱਚ ਤਲਿਆ ਜਾਂਦਾ ਹੈ। ਸਿਰ ਲੱਗਾ ਜਮ ਡੰਡ। ਤੇ ਫਿਰ ਜਮ ਵੀ ਜਿਹੜੇ ਬੜਾ ਜ਼ਿਆਦਾ ਤਸ਼ੱਦਦ ਕਰਤੇ ਹੈ ਜੀਵ ਰੂਪ ਇਸਤਰੀ ਦੇ ਉੱਪਰ, ਜੀਵ ਰੂਪ ਆਤਮਾ ਦੇ ਉੱਪਰ। ਤਾਂ ਪਛਤਾਨੇ, ਤਦੋਂ ਫਿਰ ਬੰਦਾ ਕੀ ਕਰਦਾ ਹੈ? ਸਿਰਫ ਪਛਤਾਵਾ ਹੀ ਪਛਤਾਵਾ ਬੰਦੇ ਦੇ ਪੱਲੇ ਰਹਿ ਜਾਂਦਾ ਹੈ, ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ। ਸਿਰ ਲੱਗਾ ਜਮ ਡੰਡ। ਸਿਰ ਦੇ ਉੱਪਰ ਜਦੋਂ ਜਮਾਂ ਦਾ ਡੰਡਾ ਪੈਂਦਾ ਹੈ ਤਾਂ ਪਛਤਾਨਿਆ, ਤਦੋਂ ਫਿਰ ਬੰਦੇ ਦੇ ਹਿੱਸੇ ਬਾਅਦ ਪਛਤਾਵਾ ਹੀ ਪਛਤਾਵਾ ਰਹਿ ਜਾਂਦਾ ਹੈ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਪੂਰੇ ਗੁਰੂ ਜੀ ਤੋਂ ਬਿਨਾ, ਪੂਰੇ ਗੁਰੂ ਦੀ ਪ੍ਰਾਪਤੀ ਤੋਂ ਬਿਨਾ ਫਿਰੈ ਸੈਤਾਨਿਆ, ਸ਼ੈਤਾਨਾਂ ਦੇ ਵਾਂਗ ਹੀ ਫਿਰ ਰਿਹਾ ਹੈ। ਸੰਸਾਰ ਦੇ ਉੱਪਰ ਭੂਤਾਂ ਪ੍ਰੇਤਾਂ ਦੀ ਨਿਆਈਓ ਬੰਦਾ ਹੁੰਦਾ ਹੈ। ਜਾਂ ਫਿਰੈ ਸੈਤਾਨਿਆ, ਸੈਤਾਨਿਆ ਮਨ ਦੇ ਵਿੱਚ ਸ਼ੈਤਾਨੀਆਂ ਸੁੱਝਦੀਆਂ ਰਹਿੰਦੀਆਂ ਜਦੋਂ ਗੁਰੂ ਦਾ ਉਪਦੇਸ਼ ਨਹੀਂ ਕਮਾਉਣਾ। ਜਦੋਂ ਗੁਰੂ ਦਾ ਉਪਦੇਸ਼ ਹੀ ਬੰਦੇ ਨੂੰ ਪ੍ਰਾਪਤ ਹੋਵੇ ਤੇ ਮਨ ਜਿਹੜਾ ਵਿਹਲਾ ਹੀ ਰਹਿੰਦਾ ਹੈ, ਤੇ ਵਿਹਲਾ ਮਨ ਆਪ ਜੀ ਨੇ ਸੁਣਿਆ ਹੋਵੇਗਾ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲੇ ਮਨ ਦੇ ਵਿੱਚ ਸ਼ੈਤਾਨੀਆਂ ਸੁੱਝਦੀਆਂ ਰਹਿੰਦੀਆਂ ਹਨ। ਤਾਂ ਫਿਰ ਸ਼ੈਤਾਨਿਆ, ਸ਼ੈਤਾਨਾਂ ਦੇ ਵਾਂਗੀ ਉਹ ਬੰਦਾ ਫਿਰਦਾ ਹੈ ਜਿਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸਲੋਕ ਜੀ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਪਾਵਨ ਸ਼ਲੋਕ ਦੇ ਅੰਦਰ ਕਥਨ ਕਰਦੇ ਵੀ ਛਲਣ ਵਾਲੀਆਂ ਬੰਦੇ ਨੂੰ ਕਿਹੜੀਆਂ ਕਿਹੜੀਆਂ ਵਸਤੂਆਂ ਹਨ। ਰਾਜ ਕਪਟੰ, ਹਜੂਰ ਆਖਦੇ ਵੀ ਜਿਹੜੇ ਰਾਜ ਸੱਤਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਹੰਕਾਰ ਦੇ ਸਹਿਤ ਕਰ ਲੈਣਾ, ਹੰਕਾਰ ਕਰ ਲੈਣਾ। ਮਹਾਰਾਜ ਜੀ ਕਹਿੰਦੇ ਕਿਹੜੀ ਚੀਜ਼ ਦਾ ਹੰਕਾਰ ਕਰਦਾ ਹੈ ਜੀਵ? ਰਾਜ ਕਪਟੰ। ਇਹ ਜਿਹੜਾ ਤੈਨੂੰ ਰਾਜ ਭਾਗ ਮਿਲਿਆ ਹੋਇਆ ਹੈ, ਇਹ ਤੇ ਤੈਨੂੰ ਛਲਣ ਵਾਸਤੇ ਮਿਲਿਆ ਹੈ। ਪਰਮੇਸ਼ਰ ਖਾਲਸਾ ਜੀ, ਜਦੋਂ ਬੰਦਾ ਪਰਮੇਸ਼ਰ ਦੇ ਵੱਲ ਚੱਲਦਾ ਹੈ ਨਾ, ਤੇ ਰਸਤੇ ਦੇ ਵਿੱਚ ਬੜੀਆਂ ਜ਼ਿਆਦੀਆਂ ਔਂਕੜਾਂ ਆਉਂਦੀਆਂ ਹਨ। ਪਰਮੇਸ਼ਰ ਥਾਂ ਥਾਂ ਬੰਦੇ ਦੀ ਪਰਖ ਕਰਦਾ ਹੈ, ਥਾਂ ਥਾਂ ਇਹਨੂੰ ਮਾਇਆ ਜਿਹੜੀ ਹੈ ਛਲਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਪਰਮੇਸ਼ਰ ਦੇ ਤੱਕ ਪਹੁੰਚ ਨਾ ਸਕੇ। ਹੁਣ ਮਾਇਆ ਤੇ ਇਸ ਕਰਕੇ ਇਹ ਕਰਦੀ ਹੈ ਨਾ, ਛਲਦੀ ਹੈ, ਕਿਉਂਕਿ ਵੇਖੋ ਜਿਹੜੀ ਇਸਤਰੀ ਹੁੰਦੀ ਹੈ ਨਾ, ਜਿਹੜੀ ਮਾਇਆ ਹੈ, ਇਸ ਦਾ ਪਤੀ ਵਾਹਿਗੁਰੂ ਅਕਾਲ ਪੁਰਖ ਹੈ। ਤੇ ਹੁਣ ਕੋਈ ਬੀਬੀ ਚਾਹਵੇਗੀ ਕਿ ਮੇਰੇ ਪਤੀ ਪਰਮੇਸ਼ਰ ਤੱਕ ਕੋਈ ਦੂਜੀ ਬੀਬੀ ਪਹੁੰਚ ਸਕੇ। ਇਸੇ ਤਰ੍ਹਾਂ ਹੀ ਜਿਹੜੀ ਦੂਜੀ ਜੀਵ ਇਸਤਰੀ ਨੂੰ ਇਹ ਮਾਇਆ ਕੀ ਕਰਦੀ ਹੈ? ਪਹੁੰਚਣ ਨਹੀਂ ਦਿੰਦੀ, ਉਹਨੂੰ ਬੜੇ ਤਰ੍ਹਾਂ ਦੇ ਨਾਲ ਛਲਦੀ ਹੈ। ਰਾਜ ਕਪਟੰ, ਰਾਜ ਭਾਗ ਦੇ ਕਰਕੇ ਛਲਦੀ ਹੈ। ਤਾਂ ਇਸ ਕਰਕੇ ਮਹਾਰਾਜ ਜਾਗਦੇ ਮਤਾ ਕਿਤੇ ਆ ਜੀਵ ਐ ਗੁਰਸਿੱਖੋ ਤੁਸੀਂ ਛਲੇ ਜਾਇਓ। ਰਾਜ ਸੱਤਾ ਦੇ ਵਿੱਚ ਆ ਕੇ ਮਤਾ ਕਿਤੇ ਪਰਮੇਸ਼ਰ ਨੂੰ ਭੁਲਾ ਦਿਓ। ਜੇਕਰ ਤੁਸੀਂ ਉਸ ਦੇ ਰਾਜ ਭਾਗ ਦੀ ਸੱਤਾ ਨੂੰ ਪ੍ਰਾਪਤ ਕਰਕੇ ਵੀ ਜੇ ਤੁਸੀਂ ਪਰਮੇਸ਼ਰ ਨੂੰ ਚੇਤੇ ਰੱਖੋਗੇ ਨਾ, ਫਿਰ ਜਿਹੜੀ ਮਾਇਆ ਹੈ ਤੁਹਾਨੂੰ ਛਲ ਨਹੀਂ ਸਕੇਗੀ।
ਪਰ ਜਿੰਨਾ ਚਿਰ ਪਰਮੇਸ਼ਰ ਦਾ ਨਾਮ ਨਾ ਸਿਮਰੀਏ, ਪਰਮੇਸ਼ਰ ਨੂੰ ਚੇਤੇ ਨਾ ਰੱਖੀਏ, ਰਾਜ ਕਪਟੰ, ਇਹ ਜਿਹੜਾ ਰਾਜ ਹੈ ਬੰਦੇ ਨੂੰ ਛਲਣ ਲੱਗ ਪੈਂਦਾ ਹੈ। ਰੂਪ ਕਪਟੰ, ਸੋਹਣੇ ਸੋਹਣੇ ਜਿਹੜੇ ਸਰੂਪ ਵੇਖਣੇ ਆ ਵੀ ਉਹ ਫਲਾਣੇ ਦਾ ਸਰੂਪ ਬੜਾ ਸੁੰਦਰ ਆ, ਉਹ ਫਲਾਣੀ ਇਸਤਰੀ ਦਾ ਸਰੂਪ ਬੜਾ ਸੁੰਦਰ ਆ। ਮਹਾਰਾਜ ਜੀ ਆਖਦੇ ਵੀ ਇਹ ਵੀ ਜਿਹੜੇ ਛਲਣ ਵਾਲੇ ਹੀ ਹਨ ਬੰਦੇ ਨੂੰ। ਧਨ ਕਪਟੰ ਕੁਲ ਗਰਬਤ ਹੈ। ਧਨ ਜਿਹੜਾ ਹੈ ਕਿਸੇ ਦੇ ਪਾਸ ਬੜਾ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਧਨ ਆ ਜਾਣਾ। ਧਨ ਵੀ ਬੰਦੇ ਨੂੰ ਛਲਣ ਲਈ ਬਣਾਇਆ ਹੋਇਆ ਹੈ ਪਰਮੇਸ਼ਰ ਨੇ, ਮਾਇਆ ਨੇ। ਇਹ ਮਾਇਆ ਦੇ ਪਦਾਰਥ ਹਨ ਜਿਹੜੇ ਧਨ ਹੋ ਗਏ, ਸੁੰਦਰ ਸਰੂਪ ਹੋ ਗਿਆ, ਰਾਜ ਭਾਗ ਦੀ ਛੱਤਾ ਹੋ ਗਈ, ਇਹ ਸਾਰੇ ਮਾਇਕੀ ਪਦਾਰਥ ਹਨ। ਤੇ ਇਹ ਸਾਰੇ ਬੰਦੇ ਨੂੰ ਛਲਣ ਵਾਸਤੇ ਬਣਾਏ ਹੋਏ ਹਨ। ਤਾਂ ਮਹਾਰਾਜ ਜੀ ਧਨ ਕਪਟੰ, ਅਜੀਬ ਹੈ ਜਿਹੜਾ ਧਨ ਹੈ ਨਾ, ਜਿਹਦਾ ਤੂੰ ਬੜਾ ਹੰਕਾਰ ਕਰਦਾ ਹੈ, ਤੈਨੂੰ ਛਲਣ ਵਾਸਤੇ ਬਣਾਇਆ ਹੋਇਆ ਹੈ। ਕੁਲ ਗਰਬਤ ਹੈ, ਕੁਲ ਦਾ ਹੰਕਾਰ ਕਰਨਾ, ਉੱਚੀ ਕੁਲ ਦਾ ਅਭਿਮਾਨ ਕਰਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਕਿ ਅਸੀਂ ਭਾਈ ਜਾਤਾਂ ਪਾਤਾਂ ਦੇ ਉੱਪਰ ਨਹੀਂ ਰੀਝਦੇ, ਅਸੀਂ ਕਿਸੇ ਦੀ ਕੁਲ ਨੂੰ ਵੇਖ ਕੇ ਉਸ ਦੇ ਨਾਲ ਪ੍ਰੇਮ ਨਹੀਂ ਕਰਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਨੀਚਾਂ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਆਪਾਂ ਵਾਸ ਕਰਦੇ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਤ। ਤਾਂ ਹਜੂਰ ਆਖਦੇ ਵੀ ਸਾਡੀ ਉਹਨਾਂ ਦੇ ਨਾਲ ਕੀ ਕੋਈ ਸੰਗ ਸਾਥ ਹੈ ਜਿਹੜਾ ਕੁੱਲ ਦਾ ਹੰਕਾਰ ਹੀ ਕਰੀ ਜਾਵੇ ਕਿ ਮੇਰੀ ਬੜੀ ਉੱਚੀ ਕੁੱਲ ਹੈ, ਕਿਉਂਕਿ ਇਹ ਤੇ ਛਲਣ ਵਾਸਤੇ ਬਣਾਈ ਹੈ ਬੰਦੇ ਨੂੰ। ਤੇ ਹਜੂਰ ਕਹਿੰਦੇ ਵੀ ਜਿਹੜਾ ਗਰੀਬੀ ਵੇਸ ਆਪਣੇ ਸਰੀਰ ਦੇ ਉੱਪਰ ਧਾਰਨ ਕਰਦਾ ਨਾ, ਆਪਣਾ ਮਨ ਨਿਵਾਨਤਾ ਦੇ ਵਿੱਚ ਰੱਖਦਾ ਹੈ, ਉਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਜੀ ਪ੍ਰੇਮ ਕਰਦੇ ਆ। ਤੇ ਜਿਹੜਾ ਇਹਨਾਂ ਛਲਣ ਵਾਲੀਆਂ ਵਸਤੂਆਂ ਦੇ ਅਧੀਨ ਹੋਵੇ, ਜਿਹੜਾ ਰਾਜ ਆ, ਰੂਪ ਆ, ਧਨ ਆ ਜਾਂ ਕੁੱਲ ਦਾ ਹੰਕਾਰ ਜਿਹੜੇ ਕਰਦੇ, ਉਹਨਾਂ ਤੋਂ ਵਾਹਿਗੁਰੂ ਜੀ ਖੁਸ਼ ਨਹੀਂ ਹੁੰਦੇ, ਕਿਉਂਕਿ ਇਹ ਸਾਰੇ ਛਲਣ ਵਾਲੇ ਹਨ। ਸੰਚੰਤ ਵਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਸੰਚੰਤ ਇਕੱਠਾ ਕਰਦਾ ਹੈ ਵਿਖਿਆ, ਜਿਹੜਾ ਜ਼ਹਿਰ ਰੂਪੀ ਮਾਇਆ ਹੈ, ਛਲੰ। ਤੇ ਫਿਰ ਕੀ ਕਰਦਾ ਹੈ ਅਜੀਵ, ਇਹਨਾਂ ਦੇ ਨਾਲ ਛਲਿਆ ਜਾਂਦਾ ਹੈ। ਜਿਹੜੇ ਬੜੀ ਭਾਰੀ ਮਾਤਰਾ ਦੇ ਵਿੱਚ, ਕਈਆਂ ਦੀ ਤੇ ਸਾਰੀ ਉਮਰ ਹੀ ਬਤੀਤ ਹੋ ਜਾਂਦੀ ਹੈ ਧਨ ਇਕੱਤਰ ਕਰਦਿਆਂ, ਤੇ ਫਿਰ ਉਹ ਧਨ ਦਾ ਸੁੱਖ ਵੀ ਨਹੀਂ ਆਪ ਮਾਣ ਪਾਉਂਦੇ, ਸਾਰੀ ਉਮਰਾਂ ਹੀ ਲੰਘਾ ਦਿੰਦੇ ਆ ਆਪਣਾ ਧਨ ਪ੍ਰਾਪਤ ਕਰਨ ਦੇ ਵਿੱਚ, ਧਨ ਇਕੱਤਰ ਕਰਨ ਦੇ ਵਿੱਚ। ਪਰ ਜਦੋਂ ਅੰਤ ਨੂੰ ਉਹਨਾਂ ਦੇ ਭੋਗਣ ਦਾ ਸਮਾਂ ਆਉਂਦਾ ਤੇ ਉਹ ਸੰਸਾਰ ਤੋਂ ਕੂਚ ਕਰ ਜਾਂਦੇ ਆ। ਸੰਚੰਤ ਵਿਖਿਆ, ਇਹ ਜਿਹੜੇ ਵਿਖਿਆ ਜ਼ਹਿਰ ਰੂਪੀ ਮਾਇਆ, ਇਸ ਨੂੰ ਇਹ ਜੀਵ ਤੋਂ ਇਕੱਠਾ ਕਰਦਾ ਹੈ। ਛਲਣ, ਇਹ ਤੇ ਛਲਣ ਵਾਲੀ ਹੈ। ਤੇ ਛਿਦਰੰਗ ਫਿਰ ਹੋਰ ਕਿਸੇ ਤਰੀਕਿਆਂ ਦੇ ਨਾਲ ਮਾਇਆ ਨੂੰ ਸੰਚੰਤ ਕਰਦਾ ਹੈ, ਵਿਸ਼ਿਆਂ ਦੇ ਨਾਲ, ਛਲ ਕਰਨ ਦੇ ਨਾਲ। ਤੇ ਛਿਦਰੰਗ, ਕਿਸੇ ਦੇ ਹੱਤਿਆ ਕਰਕੇ, ਕਿਸੇ ਦੀ ਚੋਰੀ ਕਰਕੇ, ਕਿਸੇ ਦੀ ਡਕੈਤੀ ਕਰਕੇ ਆ ਜੀਵ ਤੂੰ ਸੰਚੰਤ ਮਾਇਆ ਨੂੰ ਇਕੱਤਰ ਕਰਦਾ ਹੈ। ਨਾਨਕ ਬਿਨ ਹਰ ਸੰਗ ਨਾ ਚਾਲਤੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਬਿਨ ਹਰ ਸੰਗ ਨਾ ਚਾਲਤੇ। ਇਹ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬਿਨਾ, ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾ, ਇਹ ਜਿਹੜੇ ਮਾਇਕੀ ਪਦਾਰਥ ਤੇਰੇ ਨਾਲ ਨਹੀਂ ਜਾਣਦੇ। ਜਿਵੇਂ ਆਪ ਜੀ ਨੇ ਸਾਖੀ ਸ਼ਰਵਣ ਕੀਤੀ ਨਾ ਦੁਨੀ ਚੰਦ ਦੀ, ਕਿ ਬੜਾ ਜ਼ਿਆਦਾ ਧਨ ਦੌਲਤ ਸੀ ਉਸਦੇ ਘਰ ਦੇ ਵਿੱਚ। ਸਤਿਗੁਰੂ ਜੀ ਨੇ ਜਦੋਂ ਉਸ ਦੇ ਪਿਤਾ ਬਾਰੇ ਉਸ ਨੂੰ ਸਾਰਾ ਗਿਆਨ ਕਰਵਾਇਆ, ਜਦੋਂ ਮਹਾਰਾਜ ਜੀ ਉੱਥੋਂ ਚਾਲੇ ਮਾਰਨ ਲੱਗੇ ਤੇ ਹਜੂਰ ਨੂੰ ਕਿਹਾ ਦੁਨੀ ਚੰਦ ਨੇ ਕਿ ਸਤਿਗੁਰੂ ਜੀ, ਮੈਂ ਆਪ ਜੀ ਦੀ ਮਹਾਰਾਜ ਸੇਵਾ ਕਰਨਾ ਚਾਹੁੰਦਾ, ਮੇਰੇ ਲਾਇਕ ਕੋਈ ਸੇਵਾ ਹੋਵੇ ਤੇ ਦੱਸੋ। ਸਤਿਗੁਰੂ ਜੀ ਆਖਦੇ ਕਿ ਭਾਈ ਸੇਵਾ ਤੇ ਕੋਈ ਨਹੀਂ ਹੈ, ਇਹ ਸਾਡੇ ਪਾਸੋਂ ਆ ਸੂਈ ਰੱਖ ਲੈ, ਤੇਰੇ ਕੋਲ ਆਪਾਂ ਪਰਲੋਕ ਦੇ ਵਿੱਚ ਜਾ ਕੇ ਲਵਾਂਗੇ। ਦੁਨੀ ਚੰਦ ਨੇ ਉਹ ਸੂਈ ਜਾ ਕੇ ਆਪਣੀ ਘਰ ਦੀ ਨੂੰ ਫੜਾਈ, ਕਹਿਣ ਲੱਗਾ ਕਿ ਭਗਵਾਨ ਨੇ ਸੂਈ ਸਾਂਭ ਲੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਸੂਈ ਤੇਰੇ ਕੋਲ ਪਰਲੋਕ ਦੇ ਵਿੱਚ ਜਾ ਕੇ ਲਵਾਂਗੇ। ਉਸ ਦੀ ਇਸਤਰੀ ਕਹਿਣ ਲੱਗੀ, ਭਾਈ ਤੂੰ ਕਮਲਾ ਹੋ ਗਿਆ ਹੈ ਕਿ ਤੇਰੀ ਮੱਤ ਤਾਂ ਨਹੀਂ ਕਿਤੇ ਫਿਰ ਗਈ। ਸਰੀਰ ਜਿਹੜਾ ਆਪਣਾ ਲਈ ਫਿਰਦੇ ਆ, ਬੰਦੇ ਦਾ ਸਰੀਰ ਵੀ ਨਾਲ ਨਹੀਂ ਜਾਣਾ ਤੇ ਤੂੰ ਇਹ ਸੂਈ ਦੀ ਗੱਲ ਕਰ ਰਿਹਾ ਹੈ।
ਤੇ ਉਹ ਦੁਨੀ ਚੰਦ ਸਿੱਧਾ ਹੀ ਗਿਆ ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ, ਕਹਿਣ ਲੱਗਾ, ਹਜੂਰ ਤੁਸੀਂ ਮਹਾਰਾਜ ਮੇਰੇ ਨਾਲ ਮਜ਼ਾਕ ਕੀਤਾ ਹੈ ਕੋਈ? ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਆਪਾਂ ਤੇਰੇ ਨਾਲ ਮਜ਼ਾਕ ਕਿਉਂ ਕਰਨਾ ਸੀ? ਕਹਿਣ ਲੱਗਾ, ਮਹਾਰਾਜ ਸੂਈ ਤੁਸੀਂ ਕਹਿ ਰਹੇ ਜੇ ਮੈਂ ਪਰਲੋਕ ਦੇ ਵਿੱਚ ਲਵਾਂਗਾ ਤੇ ਨਾਲ ਤੇ ਆਪਣਾ ਸਰੀਰ ਨਹੀਂ ਬੰਦੇ ਦਾ ਜਾਣਾ, ਤੇ ਸੂਈ ਕਿਵੇਂ ਚਲ ਜਾਣੀ ਹੈ? ਤਾਂ ਹਜੂਰ ਨੇ ਫਿਰ ਜਦੋਂ ਵੇਖਿਆ ਨਾ ਵੀ ਲੋਹਾ ਹੁਣ ਗਰਮ ਹੈ, ਉੱਤੇ ਫਿਰ ਸੱਟ ਮਾਰੀ ਮਹਾਰਾਜ ਜੀ ਨੇ ਆਪਣੇ ਉਪਦੇਸ਼ ਦੀ। ਕਹਿਣ ਲੱਗੇ ਕਿ ਹੁਣ ਤੇਰੀ ਅਕਲ ਟਿਕਾਣੇ ਆਈ ਨਾ, ਤੇ ਜਿਹੜਾ ਤੂੰ 7 ਲੱਖ ਜਿਹੜਾ ਇੰਨੀ ਧਨ ਦੌਲਤ ਇਕੱਠੀ ਕਰੀ ਫਿਰਦਾ ਹੈ, ਤੇ ਇਹ ਤੇਰੇ ਨਾਲ ਚਲੀ ਜਾਵੇਗੀ? ਨਹੀਂ ਜਾਵੇਗੀ ਇਹ ਤੇਰੇ ਨਾਲ। ਜੇ ਸੂਈ ਨਹੀਂ ਜਾ ਸਕਦੀ ਤੇ ਫਿਰ ਇਹ ਜਿਹੜੀ ਮਾਇਆ ਹੈ ਜਿਹੜੀ ਤੂੰ ਇੰਨੀ ਇਕੱਤਰ ਕੀਤੀ ਹੈ, ਇਹ ਵੀ ਨਹੀਂ ਜਾ ਸਕਦੀ। ਤੇ ਜਦੋਂ ਮਹਾਰਾਜ ਜੀ ਦੇ ਗਿਆਨ ਦਾ ਹੀ ਜਿਹੜਾ ਉਪਦੇਸ਼ ਦੁਨੀ ਚੰਦ ਨੂੰ ਸਮਝ ਆ ਗਿਆ, ਤੇ ਜਿੰਨੀ ਵੀ ਉਸਦੇ ਪਾਸ ਧਨ ਦੌਲਤ ਸੀ ਗਰੀਬਾਂ ਦੇ ਵਿੱਚ ਵੰਡ ਦਿੱਤੀ, ਲੰਗਰ ਲਗਾ ਦਿੱਤੇ ਉਸ ਨੂੰ। ਤੇ ਇਸ ਕਰਕੇ ਹਜੂਰ ਆਖਦੇ ਕਿ ਨਾਨਕ ਸਾਥ ਨਾ ਜੁਲਈ ਮਾਇਆ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਬਿਨਾਂ ਹਰੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿਹੜੇ ਹੋਰ ਕੋਈ ਵੀ ਵਸਤੂ ਹੈ, ਕੋਈ ਵੀ ਮਾਇਕੀ ਪਦਾਰਥ ਹੈ, ਤੇਰੇ ਨਾਲ ਨਹੀਂ ਜਾਵੇਗਾ। ਬੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਵੇਖਣ ਦੀ ਬੰਦਾ ਇਹਨਾਂ ਪਦਾਰਥਾਂ ਨੂੰ ਭੁੱਲ ਕਰ ਰਿਹਾ ਹੈ, ਵੇਖ ਕੇ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ। ਕਿਉਂ? ਇੱਥੇ ਮਹਾਰਾਜ ਜੀ ਦ੍ਰਿਸ਼ਟਾਂਤ ਦਿੰਦੇ ਆ, ਜਿਵੇਂ ਕੋੜ ਤੁੰਬੇ ਹੁੰਦੇ ਹਨ, ਇਹ ਵੇਖਣ ਦੇ ਵਿੱਚ ਖਰਬੂਜਿਆਂ ਵਰਗੇ ਜਾਪਦੇ, ਮਤੀਰੇ ਵਰਗੇ ਜਾਪਦੇ ਆ, ਪਰ ਜਦੋਂ ਇਹਨਾਂ ਨੂੰ ਕੱਟ ਕੇ ਤੇ ਚਖੀਏ ਤੇ ਇਹਨਾਂ ਦਾ ਸਵਾਦ ਬੜਾ ਜ਼ਿਆਦਾ ਕੌੜਾ ਹੁੰਦਾ ਹੈ। ਡੰਗਰਾਂ ਨੂੰ ਦਿੱਤੇ ਜਾਂਦੇ ਕੋੜ ਤੁੰਬੇ। ਮਹਾਰਾਜ ਜੀ ਆਖਦੇ ਵੀ ਇਹ ਜਿਹੜੇ ਤੁਮ ਮਾਇਕੀ ਪਦਾਰਥ ਹੈ ਨਾ, ਤੇ ਇਹਨਾਂ ਨੂੰ ਵੇਖ ਕੇ ਤੇ ਜਿਵੇਂ ਕੋੜ ਤੁੰਬੇ ਜਾਪਦੇ ਆ ਨਾ ਵੀ ਇਹ ਖਰਬੂਜੇ ਆ ਜਾਂ ਮਤੀਰੇ ਹਦਵਾਣੇ ਆ, ਉਹਨਾਂ ਵਰਗੇ ਜਾਪਦੇ ਤੇ ਹੈਗੇ ਕੋੜ ਤੁੰਬੇ, ਪਰ ਉਹਨਾਂ ਦੇ ਸਵਾਦ ਦੇ ਵਿੱਚ ਬੜਾ ਜ਼ਿਆਦਾ ਫਰਕ ਹੁੰਦਾ ਹੈ। ਇਸੇ ਤਰ੍ਹਾਂ ਮਾਇਆ ਦੇ ਪਦਾਰਥ ਵੀ ਜਿਹੜੇ ਹਨ, ਵੇਖਣ ਦੇ ਵਿੱਚ ਤੇ ਬੜੇ ਜ਼ਿਆਦਾ ਸੋਹਣੇ ਲੱਗਦੇ, ਸੁੰਦਰ ਲੱਗਦੇ ਆ, ਮਿੱਠੇ ਲੱਗਦੇ ਆ, ਪਰ ਜਦੋਂ ਜੀਵ ਕੀ ਕਰਦਾ, ਮਿੱਠਾ ਕਰਕੇ ਖਾਇਆ, ਜਦੋਂ ਮਿੱਠਾ ਜਾਣ ਕੇ ਛਕਦਾ ਹੈ ਨਾ ਮਾਇਕੀ ਪਦਾਰਥਾਂ ਨੂੰ, ਭੋਗਦਾ ਹੈ, ਕੌੜਾ ਉਪਜਿਆ ਸਵਾਦ। ਤੇ ਇਹਨਾਂ ਦਾ ਜਿਹੜਾ ਸਵਾਦ ਹੈ ਬੜਾ ਜ਼ਿਆਦਾ ਕੌੜਾ ਹੁੰਦਾ ਹੈ, ਭਾਵ ਇਹਨਾਂ ਦਾ ਫਲ ਬੜਾ ਜ਼ਿਆਦਾ ਬੰਦੇ ਨੂੰ ਭਿਅੰਕਰ ਮਿਲਦਾ ਹੈ। ਭੋਗੰਗਤਾ ਰੋਗ, ਰੋਗ ਹੀ ਰੋਗ ਉਤਪੰਨ ਹੋ ਜਾਂਦੇ ਬੰਦੇ ਨੇ ਜਦੋਂ ਪਦਾਰਥਾਂ ਨੂੰ ਭੋਗਦਾ ਹੈ ਮਿੱਠਾ ਕਰਕੇ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਪਦਾਰਥ ਹਨ, ਖਿਣ ਮਾਤਰ ਦੇ ਵਿੱਚ ਹੀ ਕੌੜੇ ਹੋ ਜਾਂਦੇ ਜਦੋਂ ਜਮਾ ਦੀ ਮਾਰ ਪੈਂਦੀ ਹੈ। ਜਦੋਂ ਬੰਦੇ ਨੂੰ ਸਮਝ ਆਉਂਦੀ ਹੈ, ਜਦੋਂ ਗਿਆਨ ਆਉਂਦੀ ਹੈ, ਤੇ ਫਿਰ ਇਹਨਾਂ ਨੂੰ ਕੌੜੇ ਜਾਣ ਜਾਂਦਾ ਹੈ। ਤੇ ਇਸ ਕਰਕੇ ਹਜੂਰ ਆਖਦੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਇਹ ਜਿਹੜਾ ਕੋੜ ਤੁੰਬੇ ਵੇਖਣ ਦੇ ਵਿੱਚ ਤੇ ਬੜੇ ਜ਼ਿਆਦਾ ਸੋਹਣੇ ਜਾਪਦੇ ਆ, ਪਰ ਆ ਜੀਵ ਮਤਾ ਕਿਤੇ ਇਹਨਾਂ ਨੂੰ ਮਿੱਠੇ ਜਾਣ ਕੇ ਕਿਤੇ ਤੂੰ ਵੇਖਣ ਦੀ ਭੁੱਲ ਕਰ ਲਵੀਂ ਇਹਨਾਂ ਨੂੰ। ਆਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਤੇ ਜਿਹੜੇ ਮਾਇਕੀ ਪਦਾਰਥ ਹਨ, ਬੰਦੇ ਦਾ ਸ੍ਰੇਸ਼ਟ ਸਰੂਪ ਹੈ, ਧਨ ਹੈ, ਦੌਲਤ ਹੈ, ਹੋਰ ਵੀ ਜਿਹੜੇ ਪਦਾਰਥ ਹਨ, ਅੱਡ ਨਾਲ ਹੰਦੜੋਂ ਮੁੱਲ। ਜਿਵੇਂ ਕੋੜ ਤੰਬੇ ਦਾ ਜਿਹੜਾ ਮੁੱਲ ਬੜਾ ਜ਼ਿਆਦਾ ਥੋੜਾ ਹੁੰਦਾ ਹੈ ਨਾ, ਕੋਡੀਆਂ ਦੇ ਸਮਾਨ ਇਸਦਾ ਭਾਅ ਹੁੰਦਾ ਹੈ। ਤੇ ਜਦੋਂ ਮਹਾਰਾਜ ਜੀ ਆਖਦੇ ਮਾਇਕੀ ਪਦਾਰਥਾਂ ਨੂੰ ਭੋਗ ਕੇ ਤੂੰ ਉੱਥੇ ਪਰਲੋਕ ਦੇ ਵਿੱਚ ਜਾਏਗਾ, ਅੱਡ ਨਾਲ ਹੰਦੜੋਂ ਮੁੱਲ। ਤੇ ਤੇਰੇ ਮਾਇਆ ਦੇ ਭੋਗੇ ਪਦਾਰਥ ਜਿਹੜੇ ਹਨ, ਜਿਹੜੇ ਹੋਰ ਹੀ ਤੂੰ ਵਿਅਰਥ ਹੀ ਕਰਮ ਕਰ ਰਹੇ, ਇਹਨਾਂ ਦਾ ਰਤੀ ਮਾਤਰ ਵੀ ਮੁੱਲ ਨਹੀਂ ਪਵੇਗਾ, ਕੋਡੀਆਂ ਦੇ ਭਾਅ ਵੀ ਇਸ ਦਾ ਮੁੱਲ ਨਹੀਂ ਹੋਵੇਗਾ। ਨਾਨਕ ਸਾਥ ਨਾ ਜੁਲਈ ਮਾਇਆ। ਤੇ ਫਿਰ ਮਾਇਆ ਜਿਹੜੀ ਹੈ ਤੇਰੀ ਉਥੇ ਗਵਾਹੀ ਨਹੀਂ ਭਰ ਸਕਦੀ, ਤੇਰੇ ਨਾਲ ਨਹੀਂ ਜਾਵੇਗੀ। ਪੌੜੀ ਚਲਦਿਆਂ ਨਾਲ ਨਾ ਚੱਲੈ, ਸੋ ਕਿਉ ਸੰਜੀਐ। ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੇ ਵਿੱਚ ਵਿਸਥਾਰ ਕਰਦੇ ਹਨ ਸ਼ਲੋਕ ਦਾ, ਚੱਲਦਿਆਂ ਨਾਲ ਨਾ ਚੱਲੈ। ਵੀ ਜਿਹੜੀ ਮਾਇਆ ਹੈ, ਮਾਇਕੀ ਪਦਾਰਥ ਹਨ, ਜਦੋਂ ਜੀਵ ਨੇ ਇਸ ਸੰਸਾਰ ਦੇ ਉੱਪਰੋਂ ਚੱਲ ਕਰਕੇ ਜਾਣਾ ਹੈ, ਤੇ ਫੇਰ ਕੀ ਹੁੰਦਾ ਹੈ ਖਾਲਸਾ ਜੀ, ਬੰਦੇ ਦੇ ਨਾਲ ਨਹੀਂ ਜਾਂਦੀ। ਚੱਲਦਿਆਂ ਨਾਲ ਪਾਪਾਂ ਬਾਝੋ ਹੋਵੇ, ਨਾ ਹੀ ਮੋਇਆ ਸਾਥ ਨਾ ਜਾਏ। ਪਾਪਾਂ ਤੋਂ ਬਿਨਾਂ ਇਹ ਜਿਹੜੀ ਮਾਇਆ ਇਕੱਤਰ ਨਹੀਂ ਹੁੰਦੀ।
ਤੇ ਮੋਇਆ ਬੰਦੇ ਦੇ ਜਦੋਂ ਮਰ ਜਾਂਦਾ ਹੈ ਨਾਲ ਨਹੀਂ ਜਾਂਦੀ, ਚੱਲਦਿਆਂ ਨਾਲ ਨਾ ਚੱਲਦਾ। ਜਦੋਂ ਜੀਵ ਨੇ ਜਾਣਾ ਹੈ ਮਰ ਕਰਕੇ ਸੰਸਾਰ ਤੋਂ, ਇਹ ਨਾਲ ਨਹੀਂ ਜਾਣੀ ਐਸੀ ਮਾਇਆ। ਸੋ ਕਿਉ ਸੰਜੀ ਹੈ, ਤੇ ਫਿਰ ਆਖਦੇ ਹਨ ਗਰੀਬ ਨਵਾਜ ਜੀ ਸੋ ਕਿਉਂ? ਉਹ ਕਿਉਂ ਭਾਈ ਤੁਸੀਂ ਸੰਜਦੇ ਜੇ, ਇਕੱਠੀ ਕਰਦੇ ਜੇ। ਤਿਸ ਕਾ ਕਹੋ ਕਿਆ ਜਤਨ, ਜਿਸ ਤੇ ਵੰਜੀਐ। ਜਿਸ ਤੇ ਵੰਜੀ 99 ਕਰਕੇ ਇਹਦੇ ਅਰਥ ਕਰੀਏ ਵੀ ਜਿਸ ਤੋਂ ਪਰਮੇਸ਼ਰ ਤੋਂ ਵਿਛੜ ਹੀ ਜਾਣਾ ਹੈ, ਤਿਸ ਕਾ ਕਹੋ ਕਿਆ ਜਤਨ। ਤੇ ਉਸ ਪਦਾਰਥ ਦਾ, ਉਸ ਉਪਾਵ ਦਾ, ਉਸ ਸਾਧਨ ਦਾ ਭਾਈ ਕੀ ਯਤਨ ਹੈ ਉਸ ਨੂੰ ਪ੍ਰਾਪਤ ਕਰਨ ਦਾ। ਭਾਵ ਕਿ ਕੋਈ ਵੀ ਯਤਨ ਜਿਹੜਾ ਹੈ ਉਹਦੇ ਪਰਥਾਈ ਕਰਨਾ ਉਹ ਸਾਰਾ ਹੀ ਵਿਅਰਥ ਹੈ। ਜਿਹੜਾ ਮਾਇਕੀ ਪਦਾਰਥਾਂ ਨੂੰ ਇਕੱਤਰ ਕਰਨ ਕਰਕੇ ਜਿਹੜਾ ਯਤਨ ਕਰਨਾ ਹੈ, ਕਿਉਂਕਿ ਕੀ ਹੁੰਦਾ ਹੈ ਇਹਨਾਂ ਦੇ ਨਾਲ ਬੰਦਾ ਪਰਮੇਸ਼ਰ ਤੋਂ ਵਿਛੜ ਜਾਂਦਾ ਹੈ। ਹੁਣ ਮਾਇਆ ਦੀ ਜੇ ਉਦਾਹਰਨ ਕਿਸੇ ਨੂੰ ਦੇਣੀ ਹੋਵੇ, ਮਾਇਆ ਦੀ ਡੈਫੀਨੇਸ਼ਨ ਦੇਣੀ ਹੋਵੇ, ਵਿਸਥਾਰ ਕਰਨਾ ਹੋਵੇ, ਤੇ ਮਾਇਆ ਦੀ ਜਿਹੜੀ ਡੈਫੀਨੇਸ਼ਨ ਹੈ ਇਸ ਪ੍ਰਕਾਰ ਹੈ ਕਿ ਜਿਸ ਵਸਤੂ ਦੇ ਕਰਕੇ, ਜਿਸ ਪਦਾਰਥ ਦੇ ਕਰਕੇ ਜਦੋਂ ਬੰਦਾ ਰੱਬ ਤੋਂ ਵਿਛੜ ਜਾਵੇ, ਰੱਬ ਤੋਂ ਵਿਸਾਰ ਜਾਵੇ, ਰੱਬ ਦਾ ਨਾਮ ਵਿਸਰ ਜਾਵੇ, ਉਹ ਸਾਰੀ ਹੀ ਜਿਹੜੀ ਵਸਤੂ ਹੁੰਦੀ ਹੈ, ਉਸ ਹਰੇਕ ਚੀਜ਼ ਜਿਹੜੀ ਹੈ ਮਾਇਆ ਹੈ। ਭਾਵੇਂ ਕਿ ਵੇਖੋ ਬੜਾ ਜ਼ਿਆਦਾ ਬੰਦਾ ਧਨ ਇਕੱਤਰ ਕਰਦਾ ਹੈ ਜਾਂ ਮਾਇਕੀ ਪਦਾਰਥ ਇਕੱਠੇ ਕਰਦਾ ਹੈ, ਤੇ ਫਿਰ ਕੀ ਹੁੰਦਾ ਹੈ ਖਾਲਸਾ ਜੀ, ਇਹਨਾਂ ਤੋਂ ਤੇ ਬੰਦਾ ਪਰਮੇਸ਼ਰ ਤੋਂ ਵਿਛੜਦਾ ਹੀ ਹੈ। ਆਪਣੇ ਘਰ ਮਾਂ ਪਿਓ ਦੇ ਨਾਲ ਬੜਾ ਜ਼ਿਆਦਾ ਪਿਆਰ ਕਰਦਾ ਹੈ, ਆਪਣੇ ਬੱਚਿਆਂ ਦੇ ਨਾਲ ਅੱਗੇ ਬੜਾ ਜ਼ਿਆਦਾ ਮੋਹ ਪਾ ਲੈਂਦਾ ਹੈ। ਇਹ ਵੀ ਸਾਰੀ ਮਾਇਆ ਹੀ ਹੈ। ਮਾਇਆ ਇਹ ਨਹੀਂ ਕਿ ਜਿਹੜੀ ਕੱਲੀ ਧਨ ਦੌਲਤ ਹੈ, ਜਿਸ ਦੇ ਨਾਲ ਵੀ ਬੰਦਾ ਪਰਮੇਸ਼ਰ ਤੋਂ ਵਿਛੜਦਾ ਹੈ ਉਹ ਸਾਰੀ ਹੀ ਮਾਇਆ ਹੈ। ਗਰੀਬ ਨਵਾਜ ਜੀ ਆਖਦੇ ਵੀ ਤਿਸੇ ਕਾ ਕਹੋ ਕਿਆ ਜਤਨ। ਭਾਈ ਇਸ ਦਾ ਕੀ ਯਤਨ ਹੈ ਫਿਰ? ਕਿਉਂ ਇਸ ਦੇ ਤੂੰ ਝੂਠੇ ਯਤਨ ਕਰੀ ਜਾ ਰਿਹਾ, ਵਿਅਰਥੀ ਯਤਨ ਕਰੀ ਜਾ ਰਿਹਾ ਹੈ। ਜਿਵੇਂ ਜਿਹੜਾ ਕੀੜੀ ਹੈ ਜਾਂ ਕੋਈ, ਤੇ ਉਹ ਸਮੇਰ ਪਰਬਤ ਨੂੰ ਚੜਨ ਦਾ ਜਾਂ ਉੱਥੇ ਚੜਨ ਦਾ ਐਵੇਂ ਯਤਨ ਹੀ ਕਰੀ ਜਾਵੇ ਤੇ ਉਹਦਾ ਕੋਈ ਮੁੱਲ ਤਾਂ ਨਹੀਂ ਨਾ ਹੈਗਾ, ਉਹਦਾ ਕੋਈ ਫਾਇਦਾ ਹੀ ਨਹੀਂ ਹੈ। ਇਸੇ ਕਰਕੇ ਖਾਲਸਾ ਜੀ ਆ ਜੀਵ ਜਦੋਂ ਬੰਦਾ ਹੋਰਾਂ ਹੀ ਪਾਸੇ ਲੱਤਾਂ ਬਾਹਾਂ ਮਾਰਦਾ ਹੈ, ਇਹ ਸਾਰੀਆਂ ਵਿਅਰਥ ਹੀ ਆਪਣੇ ਜਿਹੜੇ ਕੋਸ਼ਿਸ਼ਾਂ ਕਰ ਰਿਹਾ ਹੈ। ਕਿਉਂਕਿ ਜਿੰਨੇ ਵੀ ਹੋਰ ਪਦਾਰਥ ਹਨ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਹਰੇਕ ਦੇ ਨਾਲ ਹੀ ਬੰਦਾ ਪਰਮੇਸ਼ਰ ਤੋਂ ਵਿਸਰ ਜਾਂਦਾ ਹੈ। ਹਰ ਬਿਸਰਿਐ ਕਿਉ ਤ੍ਰਿਪਤਾਵੈ, ਨਾ ਮਨ ਰੰਜੀਐ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਵਿਸਰਨ ਦੇ ਨਾਲ, ਵਿਸਾਰਨ ਦੇ ਨਾਲ ਕਿਉ ਤ੍ਰਿਪਤਾਵੈ, ਬੰਦਾ ਕਿਵੇਂ ਰੱਜ ਸਕਦਾ ਹੈ? ਨਹੀਂ ਰੱਜ ਸਕਦਾ। ਕਿਉਂਕਿ ਜਿੰਨਾ ਚਿਰ ਬੰਦੇ ਦੇ ਅੰਦਰ ਵਾਹਿਗੁਰੂ ਦੇ ਉਪਦੇਸ਼ ਦਾ ਵਾਸ ਹੋਵੇ, ਵਾਹਿਗੁਰੂ ਦੇ ਨਾਮ ਦਾ ਵਾਸ ਹੋਵੇ, ਨਾਮ ਜਪਣ ਦੇ ਨਾਲ ਬੰਦੇ ਦੇ ਅੰਦਰ ਦਇਆ, ਧਰਮ, ਸੰਤੋਖ, ਸੀਲ, ਸੋਚ, ਪਵਿੱਤਰਤਾ ਆਉਂਦੀ ਹੈ। ਤੇ ਨਾਮ ਤੋਂ ਬਿਨਾਂ ਇਹਨਾਂ ਤੋਂ ਸਭ ਕੁਝ ਹੀ ਉਲਟ ਹੋ ਜਾਂਦਾ ਹੈ। ਮਨ ਦੇ ਵਿੱਚ ਵਿਕਾਰ ਆ ਕੇ ਘੇਰ ਲੈਂਦੇ, ਮਨ ਮਲੀਨ ਕਰ ਦਿੰਦੇ ਆ, ਵਿਸ਼ੇ ਭੋਗਦਾ ਹੈ ਬੰਦਾ। ਹਰ ਵਿਸਰਿਆ ਕਿਉ ਤ੍ਰਿਪਤਾਵੇ, ਉਹ ਕਦੇ ਵੀ ਰੱਜਦਾ ਨਹੀਂ, ਉਹ ਤ੍ਰਿਸ਼ਨਾ ਹੀ ਲੱਗੀ ਰਹਿੰਦੀ ਹੈ ਉਸ ਨੂੰ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਫਿਰ ਜਦੋਂ ਕੋਈ ਪਦਾਰਥ ਪ੍ਰਾਪਤ ਕਰ ਲਵੇ, ਉਹ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ। ਜਿਵੇਂ ਅੱਗ ਦੇ ਵਿੱਚ ਪਾਉਣ ਦੇ ਨਾਲ ਲੱਕੜਾਂ ਪਾਉਣ ਦੇ ਨਾਲ ਅੱਗ ਵਧੀ ਜਾਂਦੀ ਨਾ, ਇਸੇ ਤਰ੍ਹਾਂ ਤ੍ਰਿਸ਼ਨਾ ਕਰਕੇ ਜਦੋਂ ਕੋਈ ਪਦਾਰਥ ਪ੍ਰਾਪਤ ਕਰੀਦਾ ਹੈ ਤੇ ਫਿਰ ਜਿਹੜਾ ਤ੍ਰਿਸ਼ਨਾ ਦਾ ਭਾਂਬੜ ਹੋਰ ਮੱਚ ਜਾਂਦਾ ਹੈ। ਇਸ ਕਰਕੇ ਹਰ ਵਿਸਰਿਆ ਕਿਉ ਤ੍ਰਿਪਤਾਵੈ। ਹਰੀ ਪਰਮੇਸ਼ਰ ਨੂੰ ਵਿਸਾਰ ਕੇ ਐ ਜੀਵ ਤੂੰ ਕਿਸ ਤਰ੍ਹਾਂ ਤ੍ਰਿਪਤ ਹੋ ਸਕਦਾ ਹੈ? ਨਾ ਮਨ ਰੰਜੀਐ, ਨਾ ਮਨ ਰੰਜੀਐ। ਇਸ ਕਰਕੇ ਨਾ ਮਨ ਰੰਜੀਐ, ਮਨ ਜਿਹੜਾ ਹੈ ਇਸ ਦੇ ਨਾਲ ਖੁਸ਼ ਨਹੀਂ ਤੇਰਾ ਹੋਵੇਗਾ, ਪ੍ਰਸੰਨ ਨਹੀਂ ਹੋਵੇਗਾ। ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀਐ। ਜਿਹੜੇ ਵਾਹਿਗੁਰੂ ਜੀ ਨੂੰ ਛੱਡ ਕੇ ਅਨ ਲੱਗੈ, ਹੋਰਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਚਿੱਤ ਜੋੜਿਆ ਹੋਇਆ ਹੈ, ਹੋਰਾਂ ਦੇ ਉੱਪਰ ਹੀ ਆਸ ਰੱਖੀ ਹੋਈ ਹੈ, ਨਰਕ ਸਮੰਜੀ ਹੈ। ਉਹ ਫਿਰ ਨਰਕਾਂ ਦੇ ਵਿੱਚ ਸਮਾਏ ਜਾਣਗੇ, ਨਰਕਾਂ ਦੇ ਵਿੱਚ ਹੀ ਪੈਣਗੇ। ਓਹ ਕਿਰਪਾਲ ਦਇਆਲ,
ਨਾਨਕ ਭਉ ਭੰਜੀਐ। ਹੇ ਕਿਰਪਾਲ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਤੇ ਮਹਾਰਾਜ ਦਇਆ ਕਰੋ। ਨਾਨਕ ਭਉ ਭੰਜੀਏ, ਤੇ ਸਾਡੇ ਮਹਾਰਾਜ ਜਿਹੜੇ ਭਉ ਹਨ, ਭੈ ਹਨ ਸਤਿਗੁਰੂ ਜੀ 7 ਪ੍ਰਕਾਰ ਦੇ, ਇਹ ਮਹਾਰਾਜ ਸਾਡੇ ਨਾਸ ਕਰ ਦਿਓ। ਭੰਜੀਏ ਨਾਸ ਕਰ ਦਿਓ। ਸਲੋਕ ਨਚ ਰਾਜ ਸੁਖ ਮਿਸ਼ਟੰ। ਸਤਿਗੁਰੂ ਜੀ ਕਥਨ ਕਰਦੇ ਆ ਕਿ ਭਾਈ ਇੱਥੇ ਮਿੱਠੀਆਂ ਚੀਜ਼ਾਂ ਕਿਹੜੀਆਂ ਅਤੇ ਕੌੜੀਆਂ ਚੀਜ਼ਾਂ ਕਿਹੜੀਆਂ। ਤੇ ਜਿਹੜੇ ਗੁਰਮੁਖ ਪਿਆਰੇ ਕਿਸੇ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨਾ, ਜਦੋਂ ਗੁਰਮੁਖਾਂ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਆ ਤੇ ਫਿਰ ਉਹਨਾਂ ਦੇ ਵਾਸਤੇ ਕੀ ਹੁੰਦਾ ਹੈ ਖਾਲਸਾ ਜੀ? ਨਚ ਰਾਜ ਸੁਖ ਮਿਸ਼ਟੰ। ਰਾਜ ਦਾ ਜਿਹੜਾ ਸੁਖ ਹੈ, ਰਾਜ ਸੱਤਾ ਦਾ ਜਿਹੜਾ ਸੁਖ ਹੈ, ਦਾ ਰਾਜ ਪ੍ਰਾਪਤ ਕਰਕੇ ਜਿਹੜਾ ਸੁਖ ਪ੍ਰਾਪਤ ਹੋਣਾ ਹੈ, ਨਚ ਮਿਸ਼ਟੰ, ਉਹਨਾਂ ਨੂੰ ਮਿੱਠਾ ਨਹੀਂ ਲੱਗਦਾ। ਨਚ ਭੋਗ ਰਸ ਮਿਸ਼ਟੰ। ਤੇ ਫਿਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਭੋਗ ਪਦਾਰਥ ਭੋਗਣੇ ਹਨ, ਰਸ ਕਸ ਮੰਨਣੇ ਹਨ, ਇਹ ਵੀ ਉਹਨਾਂ ਨੂੰ ਮਿੱਠੇ ਨਹੀਂ ਲੱਗਦੇ। ਨਚ ਮਿਸ਼ਟੰ ਸੁਖ ਮਾਇਆ। ਤੇ ਮਾਇਆ ਕਰਕੇ ਜਿਹੜਾ ਸੁਖ ਪ੍ਰਾਪਤ ਹੋਣਾ ਹੈ, ਮਾਇਕੀ ਪਦਾਰਥਾਂ ਕਰਕੇ ਜਿਹੜਾ ਸੁਖ ਮਿਲਣਾ ਹੈ, ਇਹ ਵੀ ਉਹਨਾਂ ਨੂੰ ਮਿੱਠਾ ਨਹੀਂ ਲੱਗਦਾ। ਮਿਸ਼ਟੰ ਸਾਧ ਸੰਗ ਹਰ। ਭਾਈ ਮਿਸ਼ਟੰ ਕੀ ਹੈ, ਮਿੱਠਾ ਕੀ ਹੈ? ਸਾਧ ਸੰਗ ਹਰ। ਜਦੋਂ ਸਾਧ ਸੰਗਤ ਕਰਕੇ ਹਰੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਣਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਹਨ ਸਾਧਾਂ ਦੀ ਸੰਗਤ ਦੇ ਵਿੱਚ ਜਾ ਕੇ, ਸਾਧਾਂ ਦੇ ਨਾਲ ਮਿਲਾਪ ਕਰਕੇ, ਇਹੋ ਹੀ ਮਿੱਠਾ ਹੈ। ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ। ਜਿਹੜੇ ਦਾਸ ਹਨ, ਵਾਹਿਗੁਰੂ ਜੀ ਦੇ ਸੇਵਕ ਹਨ, ਭਗਤ ਜਨ ਹਨ, ਗੁਰਮੁਖ ਪਿਆਰੇ, ਦਾਸ ਮਿਸ਼ਟੰ ਦਰਸ਼ਨੰ, ਜਿਹੜੇ ਪਰ ਵਾਹਿਗੁਰੂ ਜੀ ਦੇ ਦਰਸ਼ਨ ਕਰਨੇ ਹਨ ਤੇ ਉਹਨਾਂ ਨੂੰ ਕੀ ਮਿੱਠਾ ਲੱਗਦਾ ਹੈ? ਉਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੀ ਮਿੱਠੇ ਲੱਗਦੇ ਹਨ। ਤੇ ਬਾਕੀ ਜਿਹੜੇ ਮਾਇਕੀ ਪਦਾਰਥ ਹੁੰਦੇ ਹਨ, ਇਹ ਉਹਨਾਂ ਨੂੰ ਕੌੜੇ ਜਾਪਣ ਲੱਗ ਪੈਂਦੇ, ਜਿਹੜੇ ਬੜੇ ਜ਼ਿਆਦੇ ਬਕ-ਬਕੇ ਜਿਹੇ ਜਾਪਦੇ ਆ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾਂ। ਜਿਵੇਂ ਕਈ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਨਾ ਖਾਲਸਾ ਜੀ, ਕਿ ਨਿਤਨੇਮ ਕੀਤੇ ਤੋਂ ਬਿਨਾਂ, ਮਹਾਰਾਜ ਜੀ ਦੇ ਦਰਸ਼ਨ ਕੀਤੇ ਤੋਂ ਬਿਨਾਂ ਮੂੰਹ ਨੂੰ ਕਦੇ ਵੀ ਉਹ ਅੰਨ ਪ੍ਰਸ਼ਾਦਾ ਨਹੀਂ ਲਾਉਂਦੇ, ਮੂੰਹ ਨੂੰ ਪਾਣੀ ਤੱਕ ਨਹੀਂ ਲਾਉਂਦੇ। ਕਿਉਂ ਨਹੀਂ ਲਾਉਂਦੇ? ਕਿਉਂਕਿ ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿੱਚ ਜੋ ਮਿਠਾਸ ਪ੍ਰਾਪਤ ਹੋਣੀ ਹੈ, ਜੋ ਰਸ ਪ੍ਰਾਪਤ ਹੋਣਾ ਹੈ, ਉਹ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਹਨ, ਇਹਨਾਂ ਨੂੰ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਮਿਠਾਸ ਰਸ ਪ੍ਰਾਪਤ ਹੁੰਦਾ ਹੈ। ਲਗੜਾ ਸੋ ਨੇਹੋ ਮਨ ਮਜਾਹੂ ਰਤਿਆ। ਤੇ ਜਿਹਦਾ ਭਾਈ ਪਰਮੇਸ਼ਰ ਦੇ ਨਾਲ ਪਿਆਰ ਹੈ ਨਾ, ਲਗੜਾ ਸੋ ਨੇਹੋ, ਜਦੋਂ ਪਰਮੇਸ਼ਰ ਦਾ ਪਿਆਰ ਲੱਗ ਗਿਆ ਹੈ, ਜਾਂ ਪਰਮੇਸ਼ਰ ਜਿਸ ਨੂੰ ਪਿਆਰਾ ਲੱਗਦਾ ਹੈ, ਮਨ ਮਜਾਹੂ ਰਤਿਆ। ਕਿਹਨਾਂ ਨੂੰ ਪਿਆਰਾ ਲੱਗਦਾ ਹੈ ਵਾਹਿਗੁਰੂ ਜੀ? ਮਨ ਮਜਾਹੂ ਰਤਿਆ, ਜਿਨ੍ਹਾਂ ਦਾ ਮਨ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ। ਵਿਦੜੋ ਸੱਚ ਥੋਕ ਨਾਨਕ ਮਿਠੜਾ ਸੋ ਧਣੀ। ਫਿਰ ਵਿਦੜੋ ਵਿਜ ਗਿਆ ਹੈ ਉਹਨਾਂ ਦਾ ਮਨ, ਸੱਚ ਥੋਕ। ਥੋਕ ਕਹੀਦਾ ਹੈ ਵਸਤੂ ਨੂੰ, ਜਿਹੜੀ ਸੱਚੀ ਵਸਤੂ ਹੈ। ਇਹ ਤੋਂ ਵਸਤ ਗੋਪਾਲ ਕੀ ਜੈ ਭਾਵੈ ਤੈ ਦੇ। ਤੇ ਜਿਹੜੀ ਖਾਲਸਾ ਜੀ ਇਹ ਜਿਹੜਾ ਵਸਤੂ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ, ਇਹ ਜਦੋਂ ਉਹਨਾਂ ਨੂੰ ਸੱਚੀ ਵਸਤੂ ਦੀ ਪ੍ਰਾਪਤੀ ਹੋ ਜਾਂਦੀ, ਸੱਚੀ ਵਸਤੂ ਦੇ ਨਾਲ ਜੋ ਨਾਮ ਦਾ ਖਜ਼ਾਨਾ ਹੈ, ਨਾਮ ਦਾ ਪ੍ਰਸ਼ਾਦ ਜਦੋਂ ਉਹਨਾਂ ਨੂੰ ਮਿਲ ਜਾਂਦਾ ਹੈ, ਉਸ ਦੇ ਨਾਲ ਉਹਨਾਂ ਦਾ ਮਨ ਵਿਝ ਜਾਂਦਾ ਹੈ। ਫਿਰ ਨਾਨਕ ਮਿੱਠੜਾ ਸੋ ਧਣੀ, ਤੇ ਉਹ ਸੋ ਧਣੀ, ਉਹ ਪਰਮੇਸ਼ਰ ਧਣੀ ਧਨਾੜ ਅਕਾਲ ਪੁਰਖ ਵਾਹਿਗੁਰੂ, ਜਿਹੜਾ ਨਾਮ ਦਾ ਖਜ਼ਾਨਾ ਦੇਣ ਵਾਲਾ ਹੈ, ਉਹ ਮਿੱਠੜਾ ਲੱਗਦਾ ਹੈ। ਪੌੜੀ ਹਰ ਬਿਨ ਕਛੂ ਨਾ ਲਾਗਈ, ਭਗਤਨ ਕਉ ਮੀਠਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ, ਉਹਨਾਂ ਦੇ ਨਾਮ ਤੋਂ ਬਿਨਾ ਭਗਤਾਂ ਨੂੰ ਕੁਝ ਵੀ ਮਿੱਠਾ ਨਹੀਂ ਲੱਗਦਾ। ਧੰਨ ਬਾਬਾ ਫਰੀਦ ਸਾਹਿਬ ਜੀ ਜਦੋਂ ਬੰਦਗੀ ਕਰਿਆ ਕਰਦੇ ਤੇ ਮਾਤਾ ਜੀ ਕੀ ਕਰਿਆ ਕਰਦੇ?
ਉਹਨਾਂ ਦੇ ਮਸਾਲੇ ਦੇ ਥੱਲੇ ਸ਼ੱਕਰ ਦੀ ਪੁੜੀ ਰੱਖ ਦਿਆ ਕਰਦੇ। ਇਸ ਤਰ੍ਹਾਂ ਭਗਤ ਫਰੀਦ ਸਾਹਿਬ ਜੀ ਦੇ ਮਾਤਾ ਜੀ ਉਹਨਾਂ ਨੂੰ ਭਗਤੀ ਦੇ ਲਈ ਪ੍ਰੇਰਦੇ। ਧੰਨ ਹਨ ਭਾਈ ਧੰਨ ਧੰਨ ਬਾਬਾ ਫਰੀਦ ਜੀ ਦੇ ਮਾਤਾ ਜੀ। ਵੇਖੋ ਖਾਲਸਾ ਜੀ, ਮਾਤਾਵਾਂ ਅੱਜ ਕੱਲ੍ਹ ਦੀਆਂ ਕੀ ਕਰਦੀਆਂ, ਬੱਚੇ ਨੂੰ ਭਗਤੀ ਵਾਲੇ ਪਾਸੇ ਨਹੀਂ ਲਾਉਂਦੀਆਂ। ਲਾਲਚ ਤੇ ਜ਼ਰੂਰ ਦਿੰਦੀਆਂ ਹਨ, ਪਰ ਕਾਹਦਾ? ਮੋਬਾਈਲ ਦਾ, ਫੋਨ ਦਾ, ਇਤਿਆਦਿਕ ਜਿਹੜੇ ਲਾਲਚ ਦੇ ਕਰਕੇ, ਟੌਫੀ ਦਾ ਲਾਲਚ ਦੇ ਕਰਕੇ, ਤੇ ਬੱਚਿਆਂ ਨੂੰ ਭਗਤੀ ਵੱਲ ਨਹੀਂ ਪ੍ਰੇਰਦੀਆਂ, ਹੋਰ ਹੀ ਦੂਜੇ ਬੰਨੇ ਤੋਰ ਦਿੰਦੀਆਂ ਹਨ। ਪਰ ਧੰਨ ਹਨ ਬਾਬਾ ਫਰੀਦ ਸਾਹਿਬ ਜੀ ਦੇ ਮਾਤਾ ਜੀ। ਵੇਖੋ ਉਹਨਾਂ ਦੇ ਮਾਤਾ ਜੀ ਬਾਬਾ ਫਰੀਦ ਸਾਹਿਬ ਜੀ ਦੇ ਕੀ ਕਰਿਆ ਕਰਦੇ, ਇੱਕ ਸ਼ੱਕਰ ਦੀ ਪੁੜੀ ਰੱਖ ਦਿਆ ਕਰਦੇ ਫਰੀਦ ਸਾਹਿਬ ਜੀ ਦੇ ਮਸੱਲੇ ਥੱਲੇ, ਤੇ ਕਹਿ ਇਹ ਦਿਆ ਕਰਦੇ ਕਿ ਫਰੀਦਾ, ਇਹ ਜਿਹੜੇ ਪਰਮੇਸ਼ਰ ਦੇ ਤੂੰ ਨਾਮ ਜਪਦਾ ਹੈ ਨਾ, ਇਹ ਤੇਰੇ ਵਾਸਤੇ ਵੀ ਸ਼ੱਕਰ ਦਾ ਪ੍ਰਸਾਦ ਆ ਕੇ ਦੇ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ ਨੂੰ ਜਦੋਂ ਸ਼ੱਕਰ ਖਾਣ ਨੂੰ ਮਿਲਦੀ ਤੇ ਹੋਰ ਵੱਧ ਬੰਦਗੀ ਕਰਿਆ ਕਰਨ। ਇਸੇ ਤਰ੍ਹਾਂ ਇੱਕ ਦਿਨ ਮਾਤਾ ਨੂੰ ਚੇਤਾ ਭੁੱਲ ਗਿਆ ਸ਼ੱਕਰ ਰੱਖਣ ਦਾ, ਤੇ ਜਦੋਂ ਫਰੀਦ ਸਾਹਿਬ ਜੀ ਨੇ ਮਸੱਲੇ ਥੱਲੋਂ ਚੁੱਕ ਕੇ ਵੇਖਿਆ ਤੇ ਥੱਲੇ ਸ਼ੱਕਰ ਹੀ ਸ਼ੱਕਰ ਹੋਈ ਪਈ ਸੀ। ਬਾਬਾ ਫਰੀਦ ਸਾਹਿਬ ਜੀ ਨੇ ਜਾ ਕੇ ਕਿਹਾ ਕਿ ਮਾਤਾ ਅੱਜ ਤੇ ਬੜੀ ਜ਼ਿਆਦਾ ਸ਼ੱਕਰ ਸੀ। ਤੇ ਮਾਤਾ ਜੀ ਅੱਗੋਂ ਕਹਿਣ ਲੱਗੇ ਕਿ ਫਰੀਦ ਤੂੰ ਸ਼ੱਕਰ ਫਿਰ ਖਾ ਲਈ? ਕਹਿੰਦੇ ਨਹੀਂ ਮਾਤਾ ਜੀ। ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆ ਰਬ ਨਾ ਪੂਜਣ ਤੁਧ। ਸਾਰੀਆਂ ਮਾਤਾ ਜੀ ਜਿਹੜੀਆਂ ਵਸਤੂਆਂ ਹਨ, ਖੰਡ ਹੈ, ਸ਼ੱਕਰ ਹੈ, ਮਾਝਾ ਦੁੱਧ ਹੈ। ਮਾਝਾ ਦੁੱਧ ਖਾਲਸਾ ਜਿਹੜਾ ਮੱਝ ਦਾ ਦੁੱਧ ਹੁੰਦਾ ਹੈ ਨਾ, ਇਹਦੇ ਵਿੱਚ ਸਿਆਣੇ ਆਖਦੇ ਵੀ ਖੰਡ ਪਾਉਣ ਦੀ ਲੋੜ ਨਹੀਂ ਹੁੰਦੀ, ਮਿੱਠਾ ਹੁੰਦਾ ਹੈ। ਇਹ ਸਾਰੀਆਂ ਵਸਤੂਆਂ ਮਿੱਠੀਆਂ ਹਨ ਬਾਬਾ ਫਰੀਦ ਜੀ ਆਖਦੇ, ਪਰ ਮਹਾਰਾਜ ਦੇ ਤੱਕ, ਪਰਮਾਤਮਾ ਦੇ ਤੱਕ ਪੁੱਜਣ ਦੇ ਵਿੱਚ ਅਸਮਰਥ ਹਨ, ਪੁੱਜ ਨਹੀਂ ਸਕਦੀਆਂ ਉਹਦੇ ਪਾਸ। ਜਿਹੜਾ ਉਹਦੇ ਨਾਮ ਦੇ ਵਿੱਚੋਂ ਜੋ ਮਿਠਾਸ ਆਉਂਦੀ ਹੈ, ਉਹ ਇਹਨਾਂ ਵਸਤੂਆਂ ਦੇ ਵਿੱਚੋਂ ਨਹੀਂ ਆਉਂਦੀ। ਤਾਂ ਇਸ ਕਰਕੇ ਹਰ ਬਿਨ ਅਵਰ ਨਾ ਲਾਗਈ ਭਗਤਨ ਕੋ ਮੀਠਾ। ਹਰੀ ਪਰਮੇਸ਼ਰ ਤੋਂ ਬਿਨਾ ਕੁਝ ਵੀ ਵਸਤੂ, ਕੋਈ ਵੀ, ਭਾਵੇਂ ਉਹਨਾਂ ਦੇ ਅੱਗੇ 36 ਪ੍ਰਕਾਰ ਦੇ ਮਿੱਠੇ ਭੋਜਨ ਹੀ ਰੱਖ ਦਈਏ, ਉਹ ਵੀ ਉਹਨਾਂ ਨੂੰ ਮਿੱਠੇ ਨਹੀਂ ਲੱਗਦੇ। ਇੱਕੋ ਇੱਕ ਵਾਹਿਗੁਰੂ ਜੀ ਦਾ ਨਾਮ ਹੀ ਉਹਨਾਂ ਨੂੰ ਮਿੱਠਾ ਲੱਗਦਾ ਹੈ। ਆਨ ਸੁਆਦ ਸਭ ਫੀਕਿਆ, ਕਰ ਨਿਰਨਾਉ ਡੀਠਾ। ਇਹ ਨਿਰਣਾ ਕਰਕੇ ਵੇਖਿਆ ਹੈ ਭਗਤਾਂ ਨੇ ਕਿ ਆਨ ਸਵਾਦ ਸਭ ਫੀਕਿਆ, ਕਿ ਹੋਰ ਜਿਹੜੇ ਸਵਾਦ ਹਨ ਪਰਮੇਸ਼ਰ ਦੇ ਨਾਮ ਤੋਂ ਬਿਨਾ, ਇਹ ਸਾਰੇ ਹੀ ਫਿੱਕੇ ਹਨ। ਅਗਿਆਨ ਭਰਮ ਦੁਖ ਕਟਿਆ, ਗੁਰ ਭਏ ਬਸੀਠਾ। ਤਾਂ ਜਦੋਂ ਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਭਏ ਬਸੀਠਾ, ਜਦੋਂ ਵਿਚੋਲੇ ਬਣ ਗਏ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਬਸੀਠ ਕਹੀਦਾ ਵਿਚੋਲੇ ਨੂੰ। ਤੇ ਜਦੋਂ ਜਿਹੜੇ ਗੁਰੂ ਹੁੰਦੇ ਹਨ, ਸਾਧ ਮਹਾਤਮਾ ਜਨ ਹੁੰਦੇ ਹਨ, ਇਹ ਵਿਚੋਲੇ ਹੁੰਦੇ ਹਨ ਅਕਾਲ ਪੁਰਖ ਵਾਹਿਗੁਰੂ ਦੇ ਅਤੇ ਜੀਵ ਰੂਪ ਇਸਤਰੀ ਦੇ ਮਿਲਾਪ ਕਰਾਉਣ ਦੇ ਵਿੱਚ। ਤੇ ਜਦੋਂ ਇਹ ਵਿਚੋਲੇ ਬਣ ਜਾਣ, ਵਿਚੋਲੇ ਬੰਦੇ ਦੇ ਨਾਲ ਮਿਲ ਜਾਣ, ਜਦ ਬੰਦਾ ਨੂੰ ਪ੍ਰਾਪਤ ਹੋ ਜਾਣ ਇਹ ਵਿਚੋਲੇ, ਤਾਂ ਫਿਰ ਕੀ ਹੁੰਦਾ ਹੈ? ਅਗਿਆਨ, ਦੁਬਾਰਾ ਪੜੋ। ਅਗਿਆਨ ਭਰਮ ਦੁਖ ਕਟਿਆ, ਗੁਰ ਭਏ ਬਸੀਠਾ। ਤੇ ਫਿਰ ਜਿਹੜਾ ਮਨ ਦੇ ਵਿੱਚ ਅੰਤःਕਰਨ ਦੇ ਵਿੱਚ ਜਿਹੜਾ ਅਗਿਆਨ ਸੀ, ਜਿਹੜਾ ਅਗਿਆਨ ਦਾ ਹਨੇਰ ਸੀ, ਭਰਮ ਸੀ ਜਿਹੜਾ 5 ਪ੍ਰਕਾਰ ਦਾ, ਜੰਮਣ ਮਰਨ ਦਾ ਦੁੱਖ ਸੀ, ਇਹ ਸਾਰਾ ਹੀ ਕੱਟਿਆ ਗਿਆ। ਕਿਵੇਂ ਕੱਟਿਆ ਗਿਆ? ਗੁਰ ਭਏ ਬਸੀਠਾ, ਜਦੋਂ ਗੁਰੂ ਜੀ ਆਪ ਵਿਚੋਲੇ ਬਣ ਗਏ। ਚਰਨ ਕਮਲ ਮਨ ਬੇਦਿਆ, ਜਿਉ ਰੰਗ ਮਜੀਠਾ। ਹਜ਼ੂਰ ਦੇ ਚਰਨ ਕਮਲਾਂ ਦੇ ਵਿੱਚ ਮਨ ਵਿਝ ਗਿਆ ਹੈ, ਜੋ ਰੰਗ ਮਜੀਠਾ। ਜਿਵੇਂ ਮਜੀਠਾ ਰੰਗ ਕੱਪੜੇ ਨੂੰ ਚੜਾ ਦਈਏ ਤੇ ਉਹ ਕੱਪੜਾ ਪਾੜ ਤੇ ਜਾਵੇਗਾ, ਪਰ ਮਜੀਠੇ ਦਾ ਰੰਗ ਲੈਂਦਾ ਨਹੀਂ ਹੈ, ਇੰਨਾ ਪੱਕਾ ਰੰਗ ਹੁੰਦਾ ਹੈ ਮਜੀਠੇ ਦਾ। ਤੇ ਇਹ ਜਿਹੜਾ ਰੰਗ ਜਦੋਂ ਬੰਦੇ ਦੇ ਉੱਪਰ ਚੜ ਜਾਏ, ਬੰਦੇ ਦਾ ਮਨ ਇਸ ਰੰਗ ਦੇ ਵਿੱਚ ਰੰਗਿਆ ਜਾਵੇ, ਮਜੀਠੇ ਰੰਗ ਦੇ ਵਿੱਚ, ਜਿਹੜਾ ਪਰਮੇਸ਼ਰ ਦੇ ਪ੍ਰੇਮ ਦਾ ਮਜੀਠਾ ਰੰਗ ਹੈ, ਇਹਦੇ ਵਿੱਚ ਜਦੋਂ ਮਨ ਰੰਗਿਆ ਜਾਵੇ ਤੇ ਫਿਰ ਕੀ ਹੁੰਦਾ ਹੈ ਖਾਲਸਾ ਜੀ? ਬੰਦੇ ਦਾ ਮਨ ਜਿਹੜਾ ਵਿਝ ਕੇ ਰਹਿ ਜਾਂਦਾ ਹੈ। ਕਬੀਰ ਸਤਿਗੁਰੂ ਸੂਰਮੇ ਮੈਂ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਰੇ ਜੇ ਛੇਕ। ਇਸ ਤਰ੍ਹਾਂ ਫਿਰ ਕਲੇਜੇ ਦੇ ਵਿੱਚ ਛੇਕ ਪੈ ਜਾਂਦਾ ਹੈ ਪਰਮੇਸ਼ਰ ਦੇ ਵੈਰਾਗ ਦਾ। ਤਾਂ ਹਜ਼ੂਰ ਜੀ ਆਖਦੇ ਕਿ ਚਰਨ ਕਮਲ ਮਨ ਬੇਦਿਆ, ਜੋ ਰੰਗ ਮਜੀਠਾ।
ਜਿਵੇਂ ਮਜੀਠੇ ਦਾ ਰੰਗ ਕੱਪੜੇ ਨੂੰ ਚੜ੍ਹਦਾ ਹੈ ਮਹਾਰਾਜ, ਸਾਡਾ ਮਨ ਤੇ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਵਿਝ ਗਿਆ ਹੈ। ਜੀਉ ਪ੍ਰਾਣ ਤਨ ਮਨ ਪ੍ਰਭੂ, ਬਿਨ ਸੇ ਸਭ ਝੂਠਾ। ਇਸ ਕਰਕੇ ਮਹਾਰਾਜ ਜੀ ਸਾਡੇ ਵਾਸਤੇ ਤੇ ਤੁਸੀਂ ਸਾਡੇ ਜੀਓ ਜਿੰਦ ਹੋ, ਪ੍ਰਾਣ ਹੋ, ਸਵਾਸ ਹੋ ਸਾਡੇ, ਤੇ ਆਪ ਜੀ ਨੇ ਮਹਾਰਾਜ ਜਿਹੜਾ ਸੁੰਦਰ ਤਨ ਬਖਸ਼ਿਆ ਹੈ, ਅਸਥੂਲ ਸਰੀਰ ਬਖਸ਼ਿਆ ਹੈ, ਮਨ ਸੂਖਮ ਸਰੀਰ ਬਖਸ਼ਿਆ ਹੈ। ਇਹ ਸਭ ਕੁਝ ਆਪ ਜੀ ਦੀ ਪ੍ਰਭੂ ਕਿਰਪਾ ਦੇ ਨਾਲ ਹੋਇਆ ਹੈ। ਤੇ ਬਾਕੀ ਸਭ ਕੁਝ ਹੀ ਜਿਹੜਾ ਬਿਨਸੇ ਸਭ ਝੂਠਾ, ਤੇ ਹੋਰ ਜਿਹੜੇ ਝੂਠੇ ਪਦਾਰਥ ਸੀ, ਝੂਠੀ ਮਾਇਆ ਸੀ, ਸਾਰੀ ਹੀ ਬਿਨਸ ਗਈ ਹੈ, ਉਹ ਸਾਰੀ ਹੀ ਵਿਸਰ ਗਈ ਹੈ ਮਹਾਰਾਜ। ਇੱਕੋ ਇੱਕ ਆਪ ਜੀ ਦਾ ਲੜ ਫੜ ਕੇ ਤੇ ਹੁਣ ਸਭ ਕੁਝ ਹੀ ਅਸੀਂ ਆਪ ਜੀ ਨੂੰ ਹੀ ਮੰਨ ਬੈਠੇ ਹਾਂ। ਸਾਡੇ ਮਾਤਾ ਵੀ ਆਪ ਹੋ, ਪਿਤਾ ਵੀ ਆਪ ਹੋ, ਤੇ ਸਾਡੇ ਜਿਹੜੇ ਬੰਦੇ ਨੂੰ ਸਭ ਤੋਂ ਪਿਆਰੇ ਆਪਣੇ ਪ੍ਰਾਣ ਹੁੰਦੇ ਹਨ, ਸਭ ਤੋਂ ਪਿਆਰੇ ਮਹਾਰਾਜ ਸਾਡੇ ਸਵਾਸ ਵੀ ਆਪ ਹੀ ਹੋ, ਤੇ ਤਨ ਮਨ ਮਹਾਰਾਜ ਸਾਡੇ ਤਨ ਵੀ ਤੁਸੀਂ ਹੋ, ਮਨ ਵੀ ਤੁਸੀਂ ਹੋ। ਇਹ ਬੇਨਤੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰਨੀਆਂ। ਮਹਾਰਾਜ ਸਭ ਕੁਝ ਹੀ ਆਪ ਜੀ ਦੇ ਅੱਗੇ ਸੌਂਪਿਆ ਹੈ। ਸਤਿਗੁਰੂ ਜੀ ਕਿਰਪਾ ਕਰਕੇ ਮਹਾਰਾਜ ਜੀ ਆਪ ਜੀ ਵੀ ਸਾਡਾ ਜਿਹੜਾ ਮਨ ਹੈ ਆਪਣੇ ਚਰਨ ਕਮਲਾਂ ਦੇ ਵਿੱਚ ਮਹਾਰਾਜ ਜੀ ਵਿੰਨ ਦਿਓ। ਸਾਡਾ ਮਨ ਵੀ ਮਹਾਰਾਜ ਜਿਵੇਂ ਮਜੀਠੇ ਦਾ ਰੰਗ ਕੱਪੜੇ ਨੂੰ ਚੜ੍ਹਦਾ ਹੈ, ਇਸੇ ਤਰ੍ਹਾਂ ਆਪ ਜੀ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਵੇ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਖਾਲਸਾ ਜੀ ਤੁਛ ਬੁੱਧੀ ਹੋਣ ਦੇ ਕਾਰਨ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਹਨ। ਆਪ ਜੀ ਖਾਲਸਾ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਚਰਨ ਕਮਲ ਮਨ ਬੇਦਿਆ, ਜਿਉ ਰੰਗ ਮਜੀਠਾ। ਜੀਉ ਪ੍ਰਾਣ ਤਨ ਮਨ ਪ੍ਰਭੂ, ਬਿਨ ਸੇ ਸਭ ਝੂਠਾ। ਵਾਹਿਗੁਰੂ ਜੀ ਕਾ ਖਾਲਸਾ